Hello everyone, welcome to Dronacharya IAS। ਅਸੀਂ ਆਪਣੀ ਲਾਸਟ ਕਲਾਸ ਡਿਸਕਸ ਕੀਤਾ ਸੀਗਾ ਕਿ ਕਿਸ ਤਰੀਕੇ ਦੇ ਨਾਲ ਡਾਰਕ ਪੀਰੀਅਡ ਚੋਂ ਉੱਭਰ ਕੇ ਸਿੱਖ ਜੋ ਨੇ ਦੁਬਾਰਾ ਅੱਗੇ ਆਉਂਦੇ ਨੇ, ਆਪਣੇ ਅੰਦਰ ਇੱਕ ਜਜ਼ਬਾ ਜੋ ਹੈ ਦੁਬਾਰਾ ਤੋਂ ਕਾਇਮ ਕੀਤਾ ਕਿ ਕਿਸ ਤਰੀਕੇ ਦੇ ਨਾਲ ਅਸੀਂ ਆਪਣੀ ਕੌਮ ਨੂੰ ਬਚਾਉਣਾ ਹੈ, ਆਪਣੇ ਧਰਮ ਨੂੰ ਬਚਾਉਣਾ ਹੈ ਤੇ ਆਪਦੇ ਲੋਕਾਂ ਨੂੰ ਬਚਾਉਣਾ। ਹੁਣ ਜਿਵੇਂ ਇਹ ਚੀਜ਼ ਅਸੀਂ ਪਿੱਛੇ ਦੇਖ ਚੁੱਕੇ ਸੀਗੇ ਕਿ ਜਦੋਂ ਅਲੱਗ-ਅਲੱਗ ਖਿੰਡੇ ਹੋਏ ਜੋ ਸਿੱਖ ਸੀ ਉਹਨਾਂ ਨੇ ਹੁਣ ਆਪਣੇ ਆਪ ਨੂੰ ਕੰਸੋਲੀਡੇਟ ਕਰਨਾ ਸ਼ੁਰੂ ਕਰਤਾ। ਗਰੁੱਪਸ ਜੋ ਨੇ ਇੱਥੇ ਉਹ ਬਣਨੇ ਸ਼ੁਰੂ ਹੋ ਗਏ, ਜਿਨ੍ਹਾਂ ਨੂੰ ਕਿ ਨਾਂ ਦਿੱਤਾ ਗਿਆ ਕਿ ਇਹ ਕੀ ਨੇ, ਮਿਸਲਾਂ ਨੇ ਅਲੱਗ-ਅਲੱਗ। ਠੀਕ ਹੈ, ਤਾਂ ਅੱਜ ਅਸੀਂ ਸਿੱਖ ਮਿਸਲਾਂ ਬਾਰੇ ਗੱਲ ਕਰਾਂਗੇ। ਮਿਸਲ ਹੁੰਦਾ ਕੀ ਹੈ? ਮਿਸਲ ਇੱਕ ਅਰੈਬਿਕ ਵਰਡ ਹੈ ਜਿਹਦਾ ਮਤਲਬ ਹੁੰਦਾ ਹੈ ਇਕੁਅਲ, ਬਰਾਬਰ। ਤੇ ਸਿੱਖ ਮਿਸਲਾਂ ਕੀ ਨੇ? ਇਹ ਵੱਡੇ ਵੱਡੇ ਗਰੁੱਪਸ ਬਣਾ ਲਿੱਤੇ ਗਏ, ਅਲੱਗ-ਅਲੱਗ ਸਿੱਖ ਲੀਡਰ ਦੇ ਹੇਠਾਂ ਇੱਕ ਵੱਡਾ ਸਾਰਾ ਗਰੁੱਪ ਬਣਾ ਲਿੱਤਾ ਗਿਆ ਜਿਨ੍ਹਾਂ ਦੀ ਕਿ ਇੱਕ ਸਪੈਸੀਫਿਕ ਟੈਰੀਟੋਰੀਅਲ ਏਰੀਆਜ਼ ਦੇ ਉੱਤੇ ਕੰਟਰੋਲ ਹੁੰਦਾ ਸੀ। ਠੀਕ ਹੈ, ਤਾਂ ਉਹਨਾਂ ਨੂੰ ਕਿਹਾ ਗਿਆ ਕਿ ਇਹ ਸਿੱਖ ਮਿਸਲ ਹੈ ਕਿ ਸਿੱਖਾਂ ਨੇ ਮਿਲ ਕੇ ਇੱਕ ਵੱਡਾ ਗਰੁੱਪ ਬਣਾਇਆ ਤੇ ਉਸ ਗਰੁੱਪ ਦੇ ਵਿੱਚ ਇੱਕ ਮੇਨ ਲੀਡਰ ਹੁੰਦਾ ਸੀ ਤੇ ਉਹ ਇੱਕ ਸਪੈਸੀਫਿਕ ਟੈਰੀਟੋਰੀਅਲ ਏਰੀਆਜ਼ ਜੋ ਸੀਗੇ ਉਹਨਾਂ ਨੂੰ ਉਹ ਕੰਟਰੋਲ ਕਰਦੇ ਸੀ। ਤੇ ਜੇ ਨੈਕਸਟ ਅਸੀਂ ਗੱਲ ਕਰੀਏ ਕਿ ਮਿਸਲ ਜੋ ਸੀਗੀਆਂ, ਜੋ ਸਿੱਖ ਮਿਸਲਾਂ ਬਣੀਆਂ, ਕਿ ਸਾਰੀਆਂ ਉਹ ਇਕੱਠਾ ਰਹਿੰਦੀਆਂ ਸੀ, ਇਕੱਠੇ ਕੰਮ ਕਰਦੀਆਂ ਸੀ? ਤਾਂ ਬਿਲਕੁਲ ਨਹੀਂ। ਸਾਰੀ ਮਿਸਲਾਂ ਆਪਣਾ, ਜਿਵੇਂ ਅਸੀਂ ਗੱਲ ਕੀਤੀ ਹੁਣੇ ਕਿ ਅਲੱਗ-ਅਲੱਗ ਟੈਰੀਟੋਰੀਅਲ ਏਰੀਆ ਸੀਗੇ ਤਾਂ ਉਹ ਆਪਣੇ ਏਰੀਆਜ਼ 'ਚ ਹੀ ਵਰਕ ਕਰਦੇ ਸੀ। ਇੱਕ ਦੂਜੇ ਮਿਸਲ ਦੇ ਜੋ ਕੰਮ ਸੀਗੇ ਉਹਨਾਂ ਦੇ ਵਿੱਚ ਇੰਟਰਫੇਅਰ ਨਹੀਂ ਸੀ ਕਰਦੇ ਜਾਂ ਇੱਕ ਦੂਜੇ ਦੇ ਲਈ ਕੋਈ ਇਸ ਤਰੀਕੇ ਦੀ ਭਾਵਨਾ ਨਹੀਂ ਸੀ ਕਿ ਸਾਰੇ ਇਕੱਠੇ ਹੋ ਜਾਣ। ਠੀਕ ਹੈ, ਅਲੱਗ-ਅਲੱਗ ਮਿਸਲਾਂ ਬਣੀਆਂ ਹੋਈਆਂ ਸੀ। ਪਰ ਹਾਂ, ਜਦੋਂ ਇੱਕ ਸਰਬੱਤ ਖਾਲਸਾ ਅਸੀਂ ਦੇਖਿਆ ਸੀ ਕਿ ਇਸ ਤਰੀਕੇ ਦਾ ਪਲੇਟਫਾਰਮ ਇੱਕ ਬਣਾਇਆ ਗਿਆ ਹੈ ਜਿੱਥੇ ਕਿ ਡਿਸੀਜ਼ਨ ਮੇਕਿੰਗ ਹੁੰਦੀ ਹੈ, ਇਹਦੇ ਬਾਰੇ ਵਿਚਾਰ ਵਿਮਰਸ਼ ਕੀਤਾ ਜਾਂਦਾ ਕਿ ਅੱਗੇ ਕੀ ਕੀਤਾ ਜਾਏ। ਤਾਂ ਜਦੋਂ ਸਰਬੱਤ ਖਾਲਸਾ ਦੇ ਵਿੱਚ ਇਹ ਗੱਲ ਨੂੰ ਮੰਨਿਆ ਜਾਂਦਾ ਸੀ ਕਿ ਸਾਡਾ ਇਹ ਕਾਮਨ ਇੱਕ ਟਾਰਗੇਟ ਹੈ, ਪੂਰੇ ਸਿੱਖ ਧਰਮ ਦੇ ਲਈ ਜੋ ਹੈ ਇਹ ਇੱਕ ਨੁਕਸਾਨਦੇਹ ਹੈ, ਤਾਂ ਉਦੋਂ ਫਿਰ ਸਾਰੀਆਂ ਮਿਸਲਾਂ ਜੋ ਨੇ ਉਹ ਇਕੱਠੇ ਹੋ ਕੇ ਉਹਦਾ ਸਾਹਮਣਾ ਕਰਦੀਆਂ ਸੀ। ਜਦੋਂ ਹੁਣ ਸਿੱਖ ਮਿਸਲਾਂ ਦੀ ਸਥਾਪਨਾ ਹੋ ਗਈ, ਉਸੇ ਦੇ ਨਾਲ ਹੀ ਜੋ ਇੱਕ ਸਿੱਖ ਕਿੰਗਡਮ ਸੀ ਉਹਦੀ ਵੀ ਐਸਟੈਬਲਿਸ਼ਮੈਂਟ ਹੋ ਜਾਂਦੀ ਹੈ ਰਣਜੀਤ ਸਿੰਘ ਦੇ ਅੰਦਰ। ਕਿਉਂਕਿ ਹੁਣ ਅਸੀਂ ਦੇਖਾਂਗੇ ਕਿ ਮਿਸਲਾਂ ਜੋ ਨੇ ਉਹਨਾਂ ਦੇ ਲੀਡਰਸ ਕੌਣ ਸੀ ਤੇ ਲੀਡਰਸ ਦੇ ਹੇਠਾਂ ਹੀ ਬਾਅਦ ਚੋਂ ਕਿਹੜੀ ਮਿਸਲ ਦੇ ਵਿੱਚੋਂ ਰਣਜੀਤ ਸਿੰਘ ਨਿਕਲ ਕੇ ਆਉਂਦੇ ਨੇ ਜਿਨ੍ਹਾਂ ਨੇ ਕਿ ਪੰਜਾਬ ਨੂੰ ਦੁਬਾਰਾ ਮੁੜ ਜੋੜਿਆ, ਕੰਸੋਲੀਡੇਟ ਕੀਤਾ, ਦੁਬਾਰਾ ਸਾਰਾ ਜੋ ਹੈ ਉਹ ਆਪਣਾ ਐਕਵਾਇਰ ਕੀਤਾ। ਅਸੀਂ ਇਹ ਵੀ ਦੇਖਿਆ ਸੀ ਕਿ ਸਿੱਖਾਂ ਨੇ ਆਪਣੇ ਜੱਥੇ ਬਣਾਉਣੇ ਸ਼ੁਰੂ ਕਰਤੇ ਸੀ ਤੇ ਉਹੀ ਜਿਹੜੇ ਛੋਟੇ ਛੋਟੇ ਜੱਥੇ ਸੀ ਉਹ ਜੱਥਿਆਂ ਨੇ ਹੀ ਮਿਲ ਕੇ ਫਰਦਰ ਜੋ ਹੈ ਉਹ ਮਿਸਲ ਦਾ ਨਿਰਮਾਣ ਕੀਤਾ। ਠੀਕ ਹੈ, ਕਿ ਮਿਸਲਾਂ ਦੀ ਐਸਟੈਬਲਿਸ਼ਮੈਂਟ ਜੋ ਹੈ ਇਸੇ ਤਰੀਕੇ ਦੇ ਨਾਲ ਹੋਈ ਕਿ ਪਹਿਲਾਂ ਛੋਟੇ ਗਰੁੱਪ ਸੀ, ਬਾਅਦ ਚੋਂ ਵੱਡੇ ਗਰੁੱਪ ਬਣ ਗਏ ਜਿਨ੍ਹਾਂ ਨੂੰ ਕਿ ਮਿਸਲ ਕਿਹਾ ਗਿਆ। ਤੇ ਇਹ ਓਰੀਜਿਨੇਟ ਕਿਵੇਂ ਹੁੰਦੇ ਨੇ? ਤਾਂ ਐਵੇਂ ਨਹੀਂ ਸੀ ਕਿ ਕੋਈ ਇੱਕ ਡੈਲੀਬਰੇਟਿਵ ਐਕਸ਼ਨ ਸੀ ਸਿੱਖਾਂ ਦਾ ਕਿ ਸੋਚ ਸਮਝ ਕੇ ਜੋ ਹੈ ਮਿਸਲਾਂ ਨੂੰ ਕ੍ਰੀਏਟ ਕੀਤਾ ਗਿਆ ਸੀ। ਉਹ ਇੱਕ ਸਿਚੁਏਸ਼ਨ ਜਿਸ ਤਰੀਕੇ ਦੀ ਬਣਦੀ ਗਈ, ਹਾਲਾਤ ਜਿਵੇਂ ਦੇ ਬਣਦੇ ਗਏ ਉਸ ਤਰੀਕੇ ਨਾਲ ਉਹ ਇਕੱਠੇ ਹੁੰਦੇ ਰਹੇ ਤੇ ਜੋ ਜੋ ਜਿਹਦਾ ਰੀਜਨ ਹੁੰਦਾ ਸੀ ਉਸੇ ਰੀਜਨ ਦੇ ਅਕੋਰਡਿੰਗ ਜੋ ਹੈ ਉੱਥੇ ਮਿਸਲਾਂ ਬਣਦੀਆਂ ਗਈਆਂ। ਤੇ ਜੋ ਮਿਸਲਾਂ ਦਾ ਨਾਂ ਹੈ ਉਹ ਜਾਂ ਤਾਂ ਉਹਨਾਂ ਦੇ ਵਿਲੇਜ ਦੇ ਨਾਂ ਦੇ ਉੱਤੇ ਪੈ ਰਿਹਾ ਸੀ ਜਾਂ ਉਹਨਾਂ ਦੇ ਡਿਸਟ੍ਰਿਕਟ, ਉਹਨਾਂ ਦੇ ਜ਼ਿਲ੍ਹੇ ਦੇ ਨਾਂ ਤੇ ਪੈ ਰਿਹਾ ਸੀ ਜਾਂ ਉਹਨਾਂ ਦੇ ਜਿਹੜੇ ਪਹਿਲਾਂ ਦੇ ਚੀਫ ਹੁੰਦੇ ਸੀ, ਲੀਡਰ ਹੁੰਦੇ ਸੀ, ਉਹਨਾਂ ਦੇ ਨਾਂ ਤੇ ਪੈਂਦਾ ਸੀ। ਤੇ 12 ਜੋ ਨੇ ਹੁਣ ਮੇਨ ਮਿਸਲਾਂ ਸਾਡੇ ਕੋਲ ਇੰਪੋਰਟੈਂਟ ਜੋ ਕਿ ਜਾਣਨ ਦੇ ਲਈ ਜ਼ਰੂਰੀ ਹੈ ਪ੍ਰੀ ਦੇ ਪੁਆਇੰਟ ਆਫ ਵਿਊ ਦੇ ਨਾਲ, ਉਹ ਨੇ ਸਭ ਤੋਂ ਪਹਿਲਾਂ ਫੈਜ਼ਲਪੁਰੀਆ ਔਰ ਸਿੰਘਪੁਰੀਆ ਮਿਸਲ ਜਿਹਦੇ ਲੀਡਰ ਕੌਣ ਸੀ? ਕਪੂਰ ਸਿੰਘ। ਸੈਕਿੰਡ ਇਜ਼ ਆਲੂਵਾਲੀਆ ਮਿਸਲ, ਕਿਹਦੇ ਅੰਡਰ? ਜੱਸਾ ਸਿੰਘ ਆਲੂਵਾਲੀਆ। ਭੰਗੀ ਮਿਸਲ, ਹਰੀ ਸਿੰਘ ਭੰਗੀ। ਕਰੋੜ ਸਿੰਘੀਆ ਮਿਸਲ, ਬਘੇਲ ਸਿੰਘ ਦੇ ਅੰਦਰ। ਨਕਾਈ ਮਿਸਲ, ਹੀਰਾ ਸਿੰਘ ਦੇ ਅੰਦਰ। ਰਾਮਗੜੀਆ ਮਿਸਲ, ਜੱਸਾ ਸਿੰਘ ਰਾਮਗੜੀਆ ਦੇ ਅੰਦਰ। ਠੀਕ ਹੈ, ਹੁਣ ਤੁਸੀਂ ਦੇਖੋਗੇ ਕਿ ਕਈਆਂ ਦੇ ਨਾਮ ਦੇ ਨਾਲ ਤੋਂ ਹੀ ਜੋ ਹੈ ਉਹ ਮਿਸਲ ਦਾ ਨਾਮ ਪਿਆ ਹੋਇਆ ਹੈ। ਨੈਕਸਟ ਹੈ ਕਨ੍ਹਈਆ ਮਿਸਲ, ਜੈ ਸਿੰਘ ਕਨ੍ਹਈਆ ਦੇ ਨਾਮ ਤੇ। ਡੱਲੇਵਾਲੀਆ ਮਿਸਲ, ਗੁਲਾਬ ਸਿੰਘ ਡੱਲੇਵਾਲੀਆ। ਸ਼ਹੀਦਾ ਮਿਸਲ, ਬਾਬਾ ਦੀਪ ਸਿੰਘ ਦੇ ਨਾਂ ਤੇ, ਕਿਉਂਕਿ ਅਸੀਂ ਦੇਖਿਆ ਸੀ ਕਿ ਬਾਬਾ ਦੀਪ ਸਿੰਘ ਨੇ ਵੀ ਸ਼ਹੀਦੀ ਪ੍ਰਾਪਤ ਕੀਤੀ ਸੀ। ਸ਼ੁਕਰ ਚੱਕੀਆ ਮਿਸਲ, ਚਰਤ ਸਿੰਘ ਦੇ ਅੰਦਰ। ਨਿਸ਼ਾਨ ਵਾਲੀਆ ਮਿਸਲ, ਦਸੁੰਦਾ ਸਿੰਘ ਦੇ ਅੰਦਰ। ਤੇ ਫੁਲਕੀਆਂ ਮਿਸਲ, ਚੌਧਰੀ ਫੁੱਲ ਸਿੱਧੂ ਦੇ ਅੰਦਰ। ਤਾਂ ਇਸ ਤਰੀਕੇ ਦੇ ਨਾਲ ਇਹ 12 ਜੋ ਮਿਸਲਾਂ ਨੇ ਉਹ ਹੌਲੀ ਹੌਲੀ ਜੋ ਨੇ ਉਹ ਇਵੋਲਵ ਕਰਦੀਆਂ ਗਈਆਂ, ਹੌਲੀ ਹੌਲੀ ਉਹ ਬਣੀਆਂ। ਕਿ ਪਹਿਲਾਂ ਛੋਟੇ ਛੋਟੇ ਗਰੁੱਪ ਸੀ, ਜੱਥੇ ਸੀ ਤੇ ਜੱਥੇ ਹੀ ਆਪਣੇ ਆਪ ਨੂੰ ਉਹਨਾਂ ਨੇ ਕੰਸੋਲੀਡੇਟ ਕੀਤਾ, ਆਪਣੇ ਆਪ ਨੂੰ ਇਕੱਠਾ ਕੀਤਾ ਤੇ ਇਕੱਠੇ ਹੋ ਕੇ ਜੋ ਹੈ ਉਹਨਾਂ ਨੇ ਮਿਸਲਾਂ ਦਾ ਨਿਰਮਾਣ ਕੀਤਾ।
ਨੈਕਸਟ ਅਸੀਂ ਥੋੜੀ ਜਿਹੀ ਗੱਲ ਇੱਥੇ ਜੱਸਾ ਸਿੰਘ ਆਹਲੂਵਾਲੀਆ ਬਾਰੇ ਵੀ ਕਰਾਂਗੇ, ਕਿਉਂਕਿ ਇਹ ਇੱਕ ਪ੍ਰੋਮੀਨੈਂਟ ਸਿੱਖ ਲੀਡਰ ਸੀਗੇ ਕਿ ਜਿਸ ਤਰੀਕੇ ਦੇ ਨਾਲ ਹਲੇ ਸਿੱਖ ਦੁਬਾਰਾ ਇਕੱਠੇ ਹੋ ਰਹੇ ਸੀ, ਆਪਣੇ ਆਪ ਨੂੰ ਕੰਸੋਲੀਡੇਟ ਕਰ ਰਹੇ ਸੀ, ਰੀਆਰਗਨਾਈਜ਼ ਕਰ ਰਹੇ ਸੀ, ਮਿਸਲਾਂ ਬਣ ਰਹੀਆਂ ਸੀ, ਤਾਂ ਉਸ ਟਾਈਮ ਦੇ ਦੌਰਾਨ ਇਹਨਾਂ ਨੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਰੋਲ ਜੋ ਹੈ ਉਹ ਪਲੇ ਕੀਤਾ। ਕਪੂਰ ਸਿੰਘ ਬਾਰੇ ਅਸੀਂ ਪੜ੍ਹ ਲਿਆ ਸੀ ਕਿ ਕਪੂਰ ਸਿੰਘ ਨੂੰ ਨਵਾਬ ਦਾ ਟਾਈਟਲ ਜੋ ਹੈ ਉਹ ਦੇ ਦਿੱਤਾ ਗਿਆ ਸੀਗਾ। ਤੇ ਜੋ ਇਹ ਜੱਸਾ ਸਿੰਘ ਆਹਲੂਵਾਲੀਆ ਨੇ, ਇਹ ਲਾਹੌਰ ਦੇ ਵਿੱਚ ਇੱਕ ਪਿੰਡ ਪੈਂਦਾ ਹੈ ਆਲੂ, ਤੇ ਆਲੂ ਨਾਮ ਤੇ ਹੀ ਇਹ ਆਹਲੂਵਾਲੀਆ ਜੋ ਨਾਂ ਹੈ ਉਹ ਪਿਆ, ਤੇ ਇਸੇ ਨਾਮ ਤੇ ਹੀ ਉਹ ਫਰਦਰ ਮਿਸਲ ਜੋ ਹੈ ਉਹ ਬਣੀ ਸੀਗੀ। ਤੇ 1748 ਦੇ ਵਿੱਚ, ਕਿਉਂਕਿ ਪਹਿਲਾਂ ਅਸੀਂ ਦੇਖਿਆ ਕਿ ਸਭ ਤੋਂ ਪਹਿਲਾਂ ਕਪੂਰ ਸਿੰਘ ਸੀਗੇ, ਤਾਂ ਨਵਾਬ ਕਪੂਰ ਸਿੰਘ ਨੇ ਹੀ ਜੱਸਾ ਸਿੰਘ ਆਹਲੂਵਾਲੀਆ ਨੂੰ ਫਰਦਰ ਆਪਣਾ ਸਕਸੈਸਰ ਅਪਾਇੰਟ ਕੀਤਾ ਸੀ ਅੱਗੇ। ਨੈਕਸਟ ਜੇ ਅਸੀਂ ਇਹਨਾਂ ਦੇ ਐਕਟਸ ਦੇ ਬਾਰੇ ਗੱਲ ਕਰੀਏ ਕਿ ਕਿਹੜੀ ਚੀਜ਼ਾਂ ਜਾਂ ਈਵੈਂਟ ਇਹਨਾਂ ਦੇ ਟਾਈਮ ਦੇ ਦੌਰਾਨ ਹੋਏ ਜੋ ਕਿ ਬਹੁਤ ਜ਼ਿਆਦਾ ਇੰਪੋਰਟੈਂਟ ਨੇ। ਇੱਕ ਤਾਂ ਇਹਨਾਂ ਨੇ ਨਾਦਰ ਸ਼ਾਹ ਦੇ ਟਾਈਮ ਦੇ ਵਿੱਚ, ਕਿ ਜਦ 1739 ਦੇ ਵਿੱਚ ਨਾਦਰ ਸ਼ਾਹ ਇਨਵੇਡ ਕਰ ਰਿਹਾ ਸੀ ਨਰਦਨ ਇੰਡੀਆ ਦੇ ਵਿੱਚ, ਤਾਂ ਉਸ ਟਾਈਮ ਦੇ ਵਿੱਚ ਉਹ ਸਭ ਕੁਝ ਜੋ ਹੈ ਇੱਥੋਂ ਲੁੱਟ ਕੇ ਲੈ ਕੇ ਜਾ ਰਿਹਾ ਸੀ, ਤਾਂ ਉਦੋਂ ਜੱਸਾ ਸਿੰਘ ਆਹਲੂਵਾਲੀਆ ਨੇ ਬਾਕੀ ਸਿੱਖਾਂ ਦੇ ਨਾਲ ਮਿਲ ਕੇ ਸਾਰੇ ਸਲੇਵਸ ਨੂੰ ਜੋ ਹੈ ਉਹ ਆਜ਼ਾਦ ਕਰਵਾਇਆ ਸੀ, ਤੇ ਜੋ ਵੀ ਇਹ ਟ੍ਰੈਜਰਸ ਲੈ ਕੇ ਜਾ ਰਹੇ ਸੀ ਉਹਨਾਂ ਨੂੰ ਉਦੋਂ ਕੋਲੋਂ ਦੁਬਾਰਾ ਖੋਇਆ ਸੀ। ਤਾਂ ਇੰਪੋਰਟੈਂਟ ਜੋ ਸਾਡੇ ਕੋਲ ਬੈਟਲ ਰਹੇਗੀ ਉਹ ਕੀ ਹੈ, ਬੈਟਲ ਆਫ ਗੁਜਰਾਂਵਾਲਾ ਜੋ 1761 ਦੇ ਵਿੱਚ ਹੋਈ ਸੀ। ਇਹਦੇ ਵਿੱਚ ਕੌਣ ਇਕੱਠਾ ਹੋਏ? ਜੱਸਾ ਸਿੰਘ ਆਹਲੂਵਾਲੀਆ, ਹਰੀ ਸਿੰਘ ਢਿੱਲੋਂ, ਜੈ ਸਿੰਘ ਕਨ੍ਹਈਆ, ਚਰਤ ਸਿੰਘ ਤੇ ਸ਼ੁਕਰ ਚੱਕਿਆ, ਇਕੱਠੇ ਇਹਨਾਂ ਨੇ ਸਭ ਨੇ ਮਿਲ ਕੇ ਜੋ ਹੈ ਉਬੈਦ ਖਾਨ ਨੂੰ ਹਰਾਇਆ ਸੀ ਤੇ ਲਾਹੌਰ ਨੂੰ ਦੁਬਾਰਾ ਕੈਪਚਰ ਕੀਤਾ ਸੀ, ਕਿਉਂਕਿ ਦੁਬਾਰਾ ਹੁਣ ਇੱਕ ਸੋਵਰੈਨਿਟੀ ਜੋ ਹੈ ਉਹਨੂੰ ਇਹ ਅਟੇਨ ਕਰਨਾ ਚਾਹੁੰਦੇ ਸੀ ਕਿ ਦੁਬਾਰਾ ਜੋ ਸਿੱਖ ਨੇ ਉਹ ਆਪਣੇ ਆਪ ਨੂੰ ਕੰਸੋਲੀਡੇਟ ਕਰਕੇ ਪੰਜਾਬ ਨੂੰ ਆਪਣੇ ਹੱਕ ਦੇ ਵਿੱਚ ਜੋ ਹੈ ਉਹ ਲੈ ਸਕਣ। ਨੈਕਸਟ ਇੰਪੋਰਟੈਂਟ ਚੀਜ਼ ਜੋ ਜੱਸਾ ਸਿੰਘ ਆਹਲੂਵਾਲੀਆ ਦੇ ਨਾਲ ਜੁੜੀ ਹੋਈ ਹੈ ਉਹ ਕਿਹੜਾ ਇਵੈਂਟ ਹੈ? ਦਿੱਲੀ 1783 ਦਾ। ਹੁਣ ਇੱਥੇ ਹੁੰਦਾ ਕੀ ਹੈ, ਇੱਥੇ ਆਹਲੂਵਾਲੀਆ, ਰਾਮਗੜੀਆ ਤੇ ਬਘੇਲ ਸਿੰਘ, ਇਹ ਤਿੰਨਾਂ ਨੇ ਮਿਲ ਕੇ ਜੋ ਹੈ ਰੈੱਡ ਫੋਰਟ ਤੇ ਅਟੈਕ ਕੀਤਾ। ਇਹ ਸਾਰੀ ਮਿਸਲਾਂ ਜੋ ਇਕੱਠੀਆਂ ਹੋਈਆਂ, ਕਿਉਂ ਇਕੱਠੀਆਂ ਹੋਈਆਂ? ਕਿਉਂਕਿ ਅਸੀਂ ਪਿੱਛੇ ਦੇਖ ਚੁੱਕੇ ਹਾਂ, ਪੜ੍ਹ ਚੁੱਕੇ ਹਾਂ ਕਿ ਜਦ ਵੀ ਸਰਬੱਤ ਖਾਲਸਾ ਜੋ ਹੈ ਡਿਸਕਸ਼ਨ ਕਰਦਾ ਸੀ ਕਿਸੇ ਇੱਕ ਮੁੱਦੇ ਨੂੰ ਲੈ ਕੇ, ਤੇ ਉਦੋਂ ਜੇ ਸਾਰੀ ਹੀ ਮਿਸਲਾਂ ਇੱਕ ਕਿਸੇ ਮੇਨ ਜੋ ਉਹਨਾਂ ਦਾ ਐਨਮੀ ਹੈ ਉਹਨੂੰ ਇੱਕ ਕਾਮਨ ਟਾਰਗੇਟ ਮੰਨਦੇ ਸੀ, ਤਾਂ ਸਾਰੇ ਇਕੱਠਾ ਹੋ ਕੇ ਜੋ ਹੈ ਉਹਦੇ ਅਗੇਂਸਟ ਲੜਦੇ ਹੁੰਦੇ ਸੀ। ਤਾਂ ਇਹਨਾਂ ਨੇ ਡਿਸਾਈਡ ਕੀਤਾ ਕਿ ਰੈੱਡ ਫੋਰਟ ਨੂੰ ਅਟੈਕ ਕਰਾਂਗੇ, ਤੇ ਅਟੈਕ ਕਰਕੇ ਫਿਰ ਦੀਵਾਨੇ ਆਮ ਨੂੰ ਉਹਨਾਂ ਨੇ ਆਕੂਪਾਈ ਕਰ ਲਿਆ, ਤੇ ਸ਼ਾਹ ਆਲਮ 2 ਦੀ ਜੋ ਇੱਕ ਥਰੋਨ ਸੀ, ਉਹਦੀ ਗੱਦੀ ਸੀ, ਉਹਦੇ ਤੇ ਆਹਲੂਵਾਲੀਆ ਜੋ ਨੇ ਉਹ ਜੱਸਾ ਸਿੰਘ ਆਹਲੂਵਾਲੀਆ ਉਸ ਗੱਦੀ ਤੇ ਬੈਠੇ ਇੱਕ ਸਿੰਬੋਲਿਕ ਜੈਸਚਰ ਦੇ ਵਿੱਚੋਂ। ਤੇ ਸਭ ਤੋਂ ਇੰਪੋਰਟੈਂਟ ਜੋ ਚੀਜ਼ ਹੈ ਉੱਥੇ ਕੀ ਹੋਈ ਸੀ ਕਿ ਜੋ ਬਾਬਾ ਬਘੇਲ ਸਿੰਘ ਸੀਗੇ ਉਹਨਾਂ ਨੇ ਲਾਲ ਕਿਲੇ ਦੇ ਉੱਤੇ ਖਾਲਸੇ ਦਾ ਝੰਡਾ ਫਹਿਰਾਇਆ ਸੀ 11 ਮਾਰਚ 1783 ਨੂੰ। ਤੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਚੀਜ਼ ਸੀ ਕਿ ਦਿੱਲੀ ਦੇ ਵਿੱਚ ਲਾਲ ਕਿਲੇ ਦੇ ਵਿੱਚ ਉਹਨਾਂ ਨੇ ਆਪਣਾ ਖਾਲਸੇ ਦਾ ਝੰਡਾ ਫਹਿਰਾ ਕੇ ਆਪਣੀ ਜਿੱਤ ਜੋ ਹੈ ਉਸ ਚੀਜ਼ ਨੂੰ ਇੱਕ ਤਰੀਕੇ ਦੇ ਨਾਲ ਜ਼ਾਹਿਰ ਕੀਤਾ। ਨੈਕਸਟ ਜੋ ਚੀਜ਼ ਸੀਗੀ ਕਿ ਸ਼ਾਹ ਆਲਮ ਤੇ ਬਾਅਦ ਵਿੱਚ ਸਿੱਖਾਂ ਨੇ ਜੋ ਹੈ ਇੱਕ ਪੀਸ ਟ੍ਰੀਟੀ ਦੋਨਾਂ ਦੇ ਵਿੱਚ ਕਨਕਲੂਡ ਹੁੰਦੀ ਹੈ, ਤੇ ਐਂਪਰਰ ਨੇ ਜੋ 3 ਲੱਖ ਰੁਪਏ ਐਜ਼ ਅ ਨਜ਼ਰਾਨਾ ਜੋ ਹੈ ਉਹਨਾਂ ਨੂੰ ਪੇ ਕੀਤਾ, ਤੇ ਕੋਤਵਾਲੀ ਦਾ ਜੋ ਏਰੀਆ ਸੀਗਾ ਉਹ ਵੀ ਕਿਹਾ ਕਿ ਇਹ ਸਿੱਖਾਂ ਦੇ ਨਾਮ ਹੀ ਰਹੇਗਾ, ਤੇ ਬਘੇਲ ਸਿੰਘ ਨੂੰ ਅਲਾਓ ਕੀਤਾ ਗਿਆ ਕਿ ਤੁਸੀਂ ਸਾਰੇ ਗੁਰਦੁਆਰੇ ਜੋ ਨੇ ਸਿੱਖਾਂ ਦੀ ਟੈਰੀਟਰੀ ਦੇ ਵਿੱਚ ਜਿੱਥੇ ਵੀ ਸਿੱਖ ਸਾਈਟਸ ਦੇ ਨਾਲ ਕੁਛ ਨਾ ਕੁਛ ਕਨੈਕਸ਼ਨ ਜੁੜਿਆ ਹੋਇਆ ਹੈ, ਕੋਈ ਹਿਸਟੋਰੀਕਲ ਉਹਦੀ ਬੈਕਗਰਾਉਂਡ ਹੈ, ਤਾਂ ਤੁਸੀਂ ਉੱਥੇ ਗੁਰਦੁਆਰਾ ਸਾਹਿਬ ਬਣਾ ਸਕਦੇ ਹੋ। ਤਾਂ ਇਸੇ ਚੀਜ਼ ਨੂੰ ਦੇਖਦੇ ਹੋਏ ਫਿਰ ਸਿੱਖ ਆਰਮੀ ਨੇ ਵੀ ਉਸ ਲਾਲ ਕਿਲੇ ਨੂੰ ਜਲਦੀ ਹੀ ਟ੍ਰੀਟੀ ਤੋਂ ਬਾਅਦ ਜੋ ਸੀ ਉਹ ਛੱਡ ਕੇ ਚਲੇ ਜਾਂਦੇ ਨੇ। ਨੈਕਸਟ ਅਸੀਂ ਗੱਲ ਕਰਦੇ ਹਾਂ ਸਭ ਤੋਂ ਇੰਪੋਰਟੈਂਟ ਰੂਲਰ ਰਣਜੀਤ ਸਿੰਘ ਦੀ। ਰਣਜੀਤ ਸਿੰਘ ਜਿਹਨੂੰ ਕਿ ਸ਼ੇਰੇ ਪੰਜਾਬ ਦਾ ਟਾਈਟਲ ਵੀ ਦਿੱਤਾ ਗਿਆ ਹੈ। ਤਾਂ ਪਹਿਲਾਂ ਅਸੀਂ ਥੋੜੇ ਜਿਹੇ ਦੇ ਬੇਸਿਕਸ ਦੇ ਬਾਰੇ ਗੱਲ ਕਰਾਂਗੇ ਕਿ ਉਹਨਾਂ ਦਾ ਡੇਟ ਆਫ ਬਰਥ, ਕਿ ਜਨਮ ਉਹਨਾਂ ਦਾ ਕਿੱਥੋਂ ਦਾ ਹੈ? ਗੁਜਰਾਂਵਾਲਾ, 13 ਨਵੰਬਰ 1780 ਦਾ। ਤੇ ਇਹਨਾਂ ਦੇ ਫਾਦਰ ਕੌਣ ਸੀ? ਮਹਾ ਸਿੰਘ ਸੀ, ਤੇ ਇਹ ਸੁਕਰ ਚੱਕੀਆ ਮਿਸਲ ਤੋਂ ਬਿਲੋਂਗ ਕਰਦੇ ਸੀ। ਤੇ ਉਹਨਾਂ ਦੇ ਫਾਊਂਡਰ ਕੌਣ ਸੀਗੇ ਇਸ ਮਿਸਲ ਦੇ? ਸਰਦਾਰ ਚਰਤ ਸਿੰਘ। ਤੇ ਚਰਤ ਸਿੰਘ ਕੌਣ ਸੀ? ਮਹਾ ਸਿੰਘ ਦੇ ਫਾਦਰ ਸੀ ਜਾਂ ਰਣਜੀਤ ਸਿੰਘ ਦੇ ਗ੍ਰੈਂਡਫਾਦਰ। ਦੈਨ ਉਹਨਾਂ ਦੀ ਮਦਰ ਰਾਜ ਕੌਰ ਜੋ ਕਿ ਡਾਟਰ ਸੀ ਆਫ ਰਾਜਾ ਗਜਪਤ ਸਿੰਘ ਆਫ ਜਿੰਦ। ਤੇ ਰਣਜੀਤ ਸਿੰਘ ਨੇ ਕੋਈ ਵੀ ਫਾਰਮਲ ਐਜੂਕੇਸ਼ਨ ਜੋ ਹੈ ਆਪਣੇ ਬਚਪਨ ਦੇ ਵਿੱਚ ਨਹੀਂ ਲਿੱਤੀ ਸੀ, ਬਟ ਸਿਰਫ ਇੱਕ ਐਜੂਕੇਸ਼ਨ ਦੀ ਕਮੀ ਹੋਣ ਕਰਕੇ ਉਹ ਪਿੱਛੇ ਨਹੀਂ ਰਹੇ। ਉਹਨਾਂ ਕੋਲ ਹੋਰ ਬਹੁਤ ਸਾਰੇ ਉਹਨਾਂ ਦੀ ਪਰਸਨੈਲਿਟੀ ਟ੍ਰੇਟਸ ਐਵੇਂ ਦੇ ਸੀ ਕਿ ਜਿਹਦੇ ਨਾਲ ਕਿ ਉਹ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਯੋਧਾ ਸਿੱਧ ਹੁੰਦੇ ਨੇ। ਬਹੁਤ ਸਾਰੀਆਂ ਉਹਨਾਂ ਨੇ ਬੈਟਲਸ ਦਿੱਤੀਆਂ, ਤੇ ਪੂਰੇ ਪੰਜਾਬ ਨੂੰ ਜੋ ਹੈ ਇੱਕ ਟਾਈਮ ਦੇ ਵਿੱਚ ਉਹਨਾਂ ਨੇ ਕੰਸੋਲੀਡੇਟ ਕਰ ਲਿਆ ਸੀ, ਕੌਨਕਰ ਕਰਕੇ ਉਹਨੂੰ ਇਕੱਠਾ ਇੱਕ ਜਗ੍ਹਾ ਦੇ ਵਿੱਚ ਬਣਾ ਦਿੱਤਾ ਗਿਆ ਸੀਗਾ। ਤਾਂ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਚੀਜ਼ ਹੈ ਕਿ ਬੇਸ਼ੱਕ ਉਹਨਾਂ ਨੂੰ ਕੋਈ ਫਾਰਮਲ ਐਜੂਕੇਸ਼ਨ ਨਹੀਂ ਮਿਲੀ, ਬਟ ਉਹਨਾਂ ਨੂੰ ਸ਼ਸਤਰ ਵਿੱਦਿਆ ਜੋ ਹੈ ਉਹ ਮਿਲੀ ਸੀ, ਇਸ ਚੀਜ਼ ਦਾ ਗਿਆਨ ਸੀ, ਠੀਕ ਹੈ।
ਹੰਟਿੰਗ ਦੇ ਲਈ ਉਹ ਜੋ ਹੈ ਜਾਂਦੇ ਸੀਗੇ, ਤਾਂ ਇਹਨਾਂ ਸਾਰੀਆਂ ਹੀ ਸਕਿੱਲਸ ਦੇ ਵਜੋਂ ਉਹਨਾਂ ਨੂੰ ਇਹ ਮਹਾਰਾਜਾ ਦਾ ਟਾਈਟਲ ਦਿੱਤਾ, ਉਹਨਾਂ ਨੂੰ ਸ਼ੇਰੇ ਪੰਜਾਬ ਦਾ ਟਾਈਟਲ ਦਿੱਤਾ ਗਿਆ ਉਹਨਾਂ ਦੀ ਬਹਾਦਰੀ ਦੇ ਵਿੱਚ। ਅੱਗੇ ਹੁਣ ਅਸੀਂ ਦੇਖਦੇ ਹਾਂ ਰਾਈਜ਼ ਟੂ ਪਾਵਰ, ਕਿ ਕਿਹੜੀਆਂ ਐਵੇਂ ਦੀਆਂ ਬੈਟਲਸ ਸੀਗੀਆਂ ਜਿਨ੍ਹਾਂ ਦੇ ਥਰੂ ਰਣਜੀਤ ਸਿੰਘ ਹੌਲੀ ਹੌਲੀ ਪੰਜਾਬ ਨੂੰ ਜਿੱਤਦਾ ਗਿਆ। ਤਾਂ ਸਭ ਤੋਂ ਪਹਿਲੀ ਬੈਟਲ ਜੋ ਹੈ ਉਹ ਕਿਹੜੀ ਹੈ 1790 ਈਸਵੀ ਦੀ, ਜਿਹਦੇ ਵਿੱਚ ਕਿ ਉਹ ਸਾਹਿਬ ਸਿੰਘ ਭੰਗੀ ਆਫ ਗੁਜਰਾਤ, ਪਾਕਿਸਤਾਨ ਵਾਲਾ ਗੁਜਰਾਤ, ਉਹਨਾਂ ਦੇ ਅਗੇਂਸਟ ਜੋ ਹੈ ਉਹ ਲੜੇ ਸੀ। ਤੇ ਇਹਦੇ ਵਿੱਚ ਜੋ ਜਿੱਤ ਹੈ ਉਹ ਕਿਹਦੀ ਹੋਈ ਸੀ? ਰਣਜੀਤ ਸਿੰਘ ਦੀ ਹੋਈ ਸੀ। ਤੇ ਨੈਕਸਟ ਜੇ ਅਸੀਂ ਗੱਲ ਦੇਖੀਏ ਤਾਂ ਮਹਾ ਸਿੰਘ ਜੋ ਕਿ ਇਹਨਾਂ ਦੇ ਫਾਦਰ ਸੀ, ਉਹਨਾਂ ਦੀ ਡੈਥ ਹੋ ਜਾਂਦੀ ਹੈ 1792 ਦੇ ਵਿੱਚ। ਤਾਂ ਉਦੋਂ ਰਣਜੀਤ ਸਿੰਘ ਜੋ ਨੇ ਸਿਰਫ 12 ਸਾਲ ਦੇ ਸੀ, ਤੇ ਉਹ ਬਹੁਤ ਜ਼ਿਆਦਾ ਛੋਟੇ ਸੀ ਕਿ ਜੋ ਵੀ ਇਹਨਾਂ ਦੇ ਮੈਟਰਸ ਚੱਲ ਰਹੇ ਨੇ ਉਹਨਾਂ ਚੀਜ਼ਾਂ ਨੂੰ ਦੇਖਣ ਦੇ ਲਈ, ਸਾਰੇ ਅਫੇਅਰਸ ਨੂੰ ਮੈਨੇਜ ਕਰਨ ਦੇ ਲਈ ਬਹੁਤ ਜ਼ਿਆਦਾ ਛੋਟੀ ਉਮਰ ਸੀਗੀ। ਬਟ ਉਸ ਛੋਟੀ ਉਮਰ ਦੇ ਵਿੱਚ ਵੀ ਰਣਜੀਤ ਸਿੰਘ ਕੋਲ ਬਹੁਤ ਜ਼ਿਆਦਾ ਉਹਨਾਂ ਨੇ ਸਕਿੱਲਸ ਜੋ ਨੇ ਤਲਵਾਰਬਾਜ਼ੀ ਦੀ ਐਕਵਾਇਰ ਕਰ ਲਈ ਸੀ। ਤਾਂ ਰਣਜੀਤ ਸਿੰਘ 13 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਹਸ਼ਮਤ ਖਾਨ ਚੱਠਾ ਉਹਨੂੰ ਮਾਰਿਆ। ਕਿਉਂ ਮਾਰਿਆ? ਕਿਉਂਕਿ ਜਿਸ ਟਾਈਮ ਦੇ ਵਿੱਚ ਰਣਜੀਤ ਸਿੰਘ ਜੋ ਨੇ ਸ਼ਿਕਾਰ ਖੇਡਣ ਦੇ ਲਈ ਜਾ ਰਹੇ ਸੀ, ਤਾਂ ਉਸ ਟਾਈਮ ਹਸ਼ਮਤ ਖਾਨ ਨੇ ਇਹਨਾਂ ਤੇ ਅਟੈਕ ਕੀਤਾ ਸੀ। ਤਾਂ ਉਸੇ ਲੜਾਈ ਦੇ ਵਿੱਚ ਰਣਜੀਤ ਸਿੰਘ ਨੇ ਹਸ਼ਮਤ ਖਾਨ ਨੂੰ ਖਤਮ ਕਰਤਾ ਸੀ। ਨੈਕਸਟ ਫਿਰ 1797 ਦੇ ਵਿੱਚ ਜਦੋਂ ਹੁਣ ਸਾਰਾ ਸੁਕਰ ਚੱਕੀਆ ਮਿਸਲ ਦਾ ਸਾਰਾ ਕਾਰੋਬਾਰ ਜੋ ਹੈ ਕਾਰਬਾਰ ਇਹਨਾਂ ਦੇ ਹੱਥ ਦੇ ਵਿੱਚ ਆ ਗਿਆ ਸੀ, ਤਾਂ ਉਹਨਾਂ ਦੇ ਅੰਡਰ ਹੁਣ ਕਿਹੜੇ ਕਿਹੜੇ ਪਿੰਡ ਆ ਗਏ ਸੀ? ਗੁਜਰਾਂਵਾਲਾ ਸੀ, ਵਜ਼ੀਰਾਬਾਦ ਸੀ, ਤੇ ਕੁਝ ਹੋਰ ਛੋਟੇ ਮੋਟੇ ਜੋ ਪਿੰਡ ਸੀਗੇ ਆਸ-ਪਾਸ ਦੇ, ਉਹ ਹੁਣ ਇਹਨਾਂ ਦੇ ਅੰਡਰ ਆ ਚੁੱਕੇ ਸੀ। ਬਟ ਐਕਚੁਅਲ ਦੇ ਵਿੱਚ ਜੋ ਰਣਜੀਤ ਸਿੰਘ ਨੇ ਬਹੁਤ ਜ਼ਿਆਦਾ ਐਂਬੀਸ਼ੀਅਸ ਸੀ, ਤੇ ਉਸ ਐਂਬਿਸ਼ਨ ਕਰਕੇ ਉਹਨਾਂ ਨੇ ਪੂਰੇ ਪੰਜਾਬ ਨੂੰ ਜੋ ਹੈ ਹੌਲੀ ਹੌਲੀ ਕਰਕੇ ਉਹ ਕੌਨਕਰ ਕਰ ਲਿਆ ਸੀ। ਤੇ ਅਸੀਂ ਹੁਣ ਇਹ ਵੀ ਇੰਪੋਰਟੈਂਟ ਦੇਖਦੇ ਹਾਂ ਕਿ ਐਕਚੁਅਲ ਦੇ ਵਿੱਚ ਉਹਨਾਂ ਦੀ ਪਾਲਿਸੀ ਕੀ ਸੀ ਪੰਜਾਬ ਨੂੰ ਕੌਨਕਰ ਕਰਨ ਦੇ ਲਈ, ਕਿਉਂਕਿ ਪੰਜਾਬ ਦੇ ਵਿੱਚ ਤਾਂ ਬਹੁਤ ਸਾਰੀ ਹੁਣ ਮਿਸਲਾਂ ਐਕਟਿਵ ਸੀ ਨਾ, ਤਾਂ ਉਹ ਕਿਸ ਤਰੀਕੇ ਦੇ ਨਾਲ ਉਹਨਾਂ ਮਿਸਲ ਦੇ ਨਾਲ ਉਹਨਾਂ ਦਾ ਰਿਲੇਸ਼ਨਸ਼ਿਪ ਸੀਗਾ, ਕਿੱਥੇ ਵਧੀਆ ਸੀ, ਕਿੱਥੇ ਥੋੜ੍ਹੀ ਜਿਹੀ ਖਟਾਸ ਸੀ, ਤੇ ਕਿਸ ਤਰੀਕੇ ਦੇ ਨਾਲ ਉਹ ਪੰਜਾਬ ਨੂੰ ਕੌਨਕਰ ਕਰ ਪਾਏ, ਉਹਦੇ ਬਾਰੇ ਅੱਗੇ ਗੱਲ ਕਰਦੇ ਹਾਂ। ਪਾਲਿਸੀ ਟੁਵਾਰਡਸ ਅਦਰ ਮਿਸਲਸ, ਕਿ ਹੋਰ ਮਿਸਲਾਂ ਦੇ ਵੱਲ ਰਣਜੀਤ ਸਿੰਘ ਦੀ ਕਿਵੇਂ ਦੀ ਪਾਲਿਸੀ ਸੀ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਨੂੰ ਕੌਨਕਰ ਕਰਨਾ। ਤਾਂ ਸਭ ਤੋਂ ਪਹਿਲੀ ਕਨਕੁਐਸਟ ਜੋ ਹੈ ਉਹ ਕਿਹਦੀ ਹੁੰਦੀ ਹੈ, ਕਿਹੜੇ ਰੀਜਨ ਦੀ ਹੁੰਦੀ ਹੈ? ਲਾਹੌਰ ਦੀ। ਲਾਹੌਰ ਦੀ ਕਨਕੁਐਸਟ ਜੋ ਹੈ ਕਿਵੇਂ ਹੋਈ? ਕਿਉਂਕਿ ਕਨਫਲਿਕਟ ਕਿਹਦੇ ਨਾਲ ਲੱਗ ਗਿਆ? ਅਫਗਾਨਸ ਦੇ ਨਾਲ, ਸ਼ਾਹ ਜ਼ਮਨ ਦੇ ਨਾਲ। ਤੇ ਸ਼ਾਹ ਜ਼ਮਨ ਕੌਣ ਸੀ? ਗ੍ਰੈਂਡਸਨ ਸੀ ਅਬਦਾਲੀ ਦਾ। ਤੇ 1797 ਦੇ ਵਿੱਚ ਸ਼ਾਹ ਜ਼ਮਨ ਨੇ ਪੰਜਾਬ ਨੂੰ ਰੇਡ ਕੀਤਾ ਤੇ ਉਹਨੇ ਲਾਹੌਰ ਨੂੰ ਕੈਪਚਰ ਕਰ ਲਿਆ ਸੀ। ਤੇ ਇਸੇ ਚੀਜ਼ ਨੂੰ ਦੇਖਦੇ ਹੋਏ ਰਣਜੀਤ ਸਿੰਘ ਜੋ ਕਿ 17 ਸਾਲ ਦੇ ਸੀਗੇ ਉਹਨਾਂ ਦੀ ਉਮਰ, ਤਾਂ ਉਹਨਾਂ ਨੇ ਪੂਰੀ ਅਫਗਾਨ ਆਰਮੀ ਨੂੰ ਹਰਾਇਆ ਤੇ ਦੁਬਾਰਾ ਤੋਂ ਲਾਹੌਰ ਜੋ ਹੈ ਉਹਨੂੰ ਆਪਣੇ ਅੰਡਰ ਕਰ ਲਿਆ। ਤਾਂ ਸਭ ਤੋਂ ਪਹਿਲੀ ਕਨਕੁਐਸਟ ਜੋ ਹੈ ਉਹ ਇੱਧਰੋਂ ਕਿਵੇਂ ਕਿਹਦੀ ਹੁੰਦੀ ਹੈ? ਲਾਹੌਰ ਰੀਜਨ ਦੀ ਹੁੰਦੀ ਹੈ। ਹਾਲਾਂਕਿ ਬੈਟਲਸ ਅਸੀਂ ਪਹਿਲੀ ਦੇਖ ਲਈ ਕਿ ਬੈਟਲ ਪਹਿਲੀ ਜੋ ਹੈ ਸਾਹਿਬ ਸਿੰਘ ਭੰਗੀ ਜੋ ਹੈ ਉਹਨਾਂ ਦੇ ਅਗੇਂਸਟ ਹੋਈ ਸੀ। ਬਟ ਜੇ ਅਸੀਂ ਏਰੀਆ ਕੌਨਕਰ ਕਰਨ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਏਰੀਆ ਕਿਹੜਾ ਕੌਨਕਰ ਕੀਤਾ ਸੀ? ਲਾਹੌਰ। ਦੈਨ ਫਿਰ ਨੈਕਸਟ ਹੈ 1799 ਦੇ ਵਿੱਚ, ਜਦੋਂ ਹੁਣ ਅਸੀਂ ਪਿੱਛੇ ਦੇਖਿਆ ਕਿ ਲਾਹੌਰ ਨੂੰ ਕੌਨਕਰ ਕਰ ਚੁੱਕੇ ਸੀ ਰਣਜੀਤ ਸਿੰਘ। ਦੈਨ ਉਸ ਤੋਂ ਬਾਅਦ ਚੇਤ ਸਿੰਘ, ਸਾਹਿਬ ਸਿੰਘ ਤੇ ਮੋਹਰ ਸਿੰਘ ਜੋ ਕਿ ਭੰਗੀ ਚੀਫ ਸੀ, ਭੰਗੇ ਮਿਸਲ ਤੋਂ ਬਿਲੋਂਗ ਕਰਦੇ ਸੀ, ਤਾਂ ਉਹਨਾਂ ਨੇ ਦੁਬਾਰਾ ਜੋ ਲਾਹੌਰ ਹੈ ਉਹਨੂੰ ਇੱਕ ਤਰੀਕੇ ਨਾਲ ਦੁਬਾਰਾ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਸੀ। ਤੇ ਰਣਜੀਤ ਸਿੰਘ ਆਪਣੀ ਜੋ ਇੱਕ ਫੌਜ ਨੂੰ ਨਾਲ ਲੈ ਕੇ, ਤੇ ਫੌਜ ਉਹਨਾਂ ਦੇ ਨਾਲ ਕਿਹੜੀ ਸੀ? ਸਦਾ ਕੌਰ ਦੀ। ਤੇ ਸਦਾ ਕੌਰ ਕੌਣ ਸੀ? ਇਹਨਾਂ ਦੇ ਮਦਰ ਇਨ ਲਾਅ ਸੀਗੇ। ਤਾਂ ਦੁਬਾਰਾ ਉਹ ਸਾਰੀ ਫੋਰਸਿਸ ਦੀ ਮਦਦ ਦੇ ਨਾਲ ਰਣਜੀਤ ਸਿੰਘ ਨੇ ਦੁਬਾਰਾ ਲਾਹੌਰ ਨੂੰ ਕੈਪਚਰ ਕਰ ਲਿਆ ਸੀ ਇਹਨਾਂ ਭੰਗੀ ਚੀਫਸ ਦੇ ਕੋਲੋਂ। ਦੈਨ ਉਸ ਤੋਂ ਬਾਅਦ ਇੰਪੋਰਟੈਂਟ ਚੀਜ਼ ਕੀ ਆਉਂਦੀ ਹੈ ਕਿ ਹੁਣ ਤੱਕ ਅਸੀਂ ਦੇਖਿਆ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਤੇ ਸਿੱਕੇ ਜੋ ਨੇ ਉਹਨਾਂ ਨੂੰ ਘੜਿਆ ਗਿਆ। ਤਾਂ ਇੱਥੇ ਸਭ ਤੋਂ ਪਹਿਲਾਂ ਰਣਜੀਤ ਸਿੰਘ ਨੇ ਨਾਨਕ ਸ਼ਾਹੀ ਸਿੱਕੇ ਜੋ ਸੀਗੇ ਉਹਨਾਂ ਨੂੰ ਚਲਾਇਆ, ਤੇ ਇੱਕ ਸੀਲ ਜੋ ਸੀਗੀ ਉਹ ਵੀ ਇੰਟਰੋਡਿਊਸ ਕੀਤੀ ਸੀ, ਅਕਾਲ ਸਹਾਈ ਸੀਲ। ਦੈਨ ਇਸ ਟਾਈਮ ਹੁਣ ਪੂਰੀ ਤਰੀਕੇ ਨਾਲ ਇੱਕ ਪੋਲੀਟੀਕਲ ਕੈਪੀਟਲ ਦਾ ਜੋ ਹੈ ਰਣਜੀਤ ਸਿੰਘ ਇੱਕ ਮਾਸਟਰ ਬਣ ਚੁੱਕਿਆ ਸੀ। ਤਾਂ ਇਸ ਤੋਂ ਬਾਅਦ 1801 ਦੇ ਵਿੱਚ ਤਕਰੀਬਨ ਜੋ ਹੈ ਉਹਨਾਂ ਨੇ ਆਪਣੇ ਆਪ ਨੂੰ ਮਹਾਰਾਜਾ ਦਾ ਟਾਈਟਲ ਜੋ ਹੈ ਉਹ ਦੇਤਾ ਸੀ। ਹੁਣ ਜਦੋਂ ਰਣਜੀਤ ਸਿੰਘ ਆਕਿਊਪਾਈ ਕਰ ਰਿਹਾ ਹੈ ਅਲੱਗ-ਅਲੱਗ ਰੀਜਨਸ ਨੂੰ, ਤਾਂ ਉਹਨਾਂ ਦੀ ਇਹ ਆਕਿਊਪੇਸ਼ਨਸ ਨੂੰ ਦੇਖ ਕੇ ਕਿ ਉਹ ਐਕਸਪੈਂਡ ਕਰ ਰਿਹਾ, ਆਪਣੇ ਰੀਜਨ ਨੂੰ ਐਕਸਪੈਂਡ ਕਰ ਰਿਹਾ, ਉਹਦੀ ਚੜ੍ਹਾਈ ਨੂੰ ਦੇਖਦੇ ਹੋਏ ਬਾਕੀ ਜਿਹੜੇ ਨੇਬਰਿੰਗ ਚੀਫ ਸੀ, ਆਲੇ ਦੁਆਲੇ ਦੀ ਹੋਰ ਮਿਸਲਾਂ ਸੀਗੀਆਂ, ਉਹ ਉਹਨਾਂ ਦੇ ਅੰਦਰ ਇੱਕ ਜੈਲਸੀ ਜੋ ਹੈ ਰਣਜੀਤ ਸਿੰਘ ਦੇ ਅਗੇਂਸਟ ਪੈਦਾ ਹੋਣੀ ਸ਼ੁਰੂ ਹੋ ਗਈ ਸੀ। ਤੇ ਹੁਣ ਅਸੀਂ ਇਹ ਚੀਜ਼ ਇੰਪੋਰਟੈਂਟ ਦੇਖਾਂਗੇ ਕਿ ਕਿਸ ਤਰੀਕੇ ਦੇ ਨਾਲ ਇੱਕ ਇੱਕ ਕਰਕੇ ਰਣਜੀਤ ਸਿੰਘ ਆਪਣੇ ਸਾਰੇ ਰਾਈਵਲਸ ਨੂੰ ਜਿੱਤਦੇ ਗਏ,
कि जिथे उन्होंने फील हुंदा सी कि ये मेरे जिहड़े सामने मेरा दुश्मन है, मेरे नालों ज़्यादा स्ट्रोंग है, उत्थे उन्हां दे नाल ट्रीटी कनक्लूड कर लैंदे सी, फ्रेंडशिप दा हत्थ उन्हां दे वल वधाया जांदा सी। जिथे उन्हां नूं फील हुंदा सी कि ये मेरे तो कमज़ोर है, उत्थे फिर उहनूं वो टेक ओवर करके उहदे तो सारी टैरेटरी ऑक्यूपाई कर लैंदे सी। ते 1801 दे विच रणजीत सिंह ने फिर अपने आप नूं जो है एक महाराजा ऑफ पंजाब घोषित करता सी कि रूलर ऑफ पंजाब जो है इस तो बाद रणजीत सिंह है। ते एक तरीके दे नाल बड़ा ही स्ट्रैटेजिकली वो डील कर रहे सी बाकी सारी मसलों नूं कि मैनूं किवें किहदे नाल जो है वो बिहेव करना है। तां जिहड़े वीक सी कमज़ोर सी उन्होंने लगता सी कि मैं इहदा मुकाबला कर सकदा, उन्हां नूं वो हरा दिंदे सी। ते डिप्लोमैटिकली उन्होंने जिहड़े टफ राइवल सीगे उन्होंने वो उस तरीके दे नाल हराया, जिवें कि फतेह सिंह आलूवालिया हो गया, जस्सा सिंह रामगढ़िया हो गया। तां इन्हां नूं इह अपना एक टफ राइवल जो है रणजीत सिंह मनदे हुंदे सी। ते होर 1801 दे विच इंपॉर्टेंट चीज़ की हुंदी है क्योंकि इन्होंने देखा कि ये दोनों ही जो ने टफ राइवल्स ने कि मेरे नालों ज़्यादा स्ट्रोंग ने ते मेरे नालों पहलां दे ने ते मेरी हले एज जो है हले बहुत ज़्यादा छोटी है, उम्र घट है, तो इन्हां चीज़ों नूं समझ दे लई हालांकि असीं देखिए कि पहलां भी बहुत सारी चीज़ों नूं वो ऑक्यूपाई कर चुके ने छोटी उम्र दे विच ही। बट इत्थे उन्होंने भाफ लिया सी कि इन्हां दे नाल हले मैनूं किसी भी तरीके की दुश्मनी जो है नहीं लेनी चाहिए। इस करके 1801 दे विच रणजीत सिंह जो ने एक तरीके दे नाल फ्रेंडशिप दा हत्थ जो है फतेह सिंह आलूवालिया दे नाल वधाउंदे ने। ते उस टाइम दे विच एक प्रथा हुंदी सी, रिचुअल हुंदा सी कि जद असीं किसी दे नाल फ्रेंडशिप दा हत्थ मैं अगे वधा रही हां तां मैनूं की करना पैंदा सी, अपनी टर्बन जो है पगड़ी जो है उहनूं एक्सचेंज कराया जांदा सीगा, बदली जांदी सी कि अज तो मेरी इज्जत दे राखे तुसीं ते तुहाडी इज्जत दा राखा मैं। ਤਾਂ ਇੱਕ ਇੰਪੋਰਟੈਂਟ ਚੀਜ਼ ਹੁੰਦੀ ਸੀ ਕਿ ਜਿੱਥੇ ਉਹਨਾਂ ਦੀ ਲੜਾਈ ਖਤਮ ਹੋ ਜਾਂਦੀ ਹੈ ਤੇ ਇੱਕ ਦੂਜੇ ਦੇ ਨਾਲ ਉਹ ਫਰੈਂਡਸ਼ਿਪ ਕਰ ਲੈਂਦੇ ਨੇ, ਫਰੈਂਡਸ ਬਣਦੇ ਨੇ। ਜਿਵੇਂ ਹੀ ਉਹਨਾਂ ਦੇ ਰਿਲੇਸ਼ਨਸ਼ਿਪ ਵਧੀਆ ਹੁੰਦੇ ਨੇ ਤਾਂ ਉਹ ਇਸ ਤਰੀਕੇ ਦੇ ਨਾਲ ਫਰੈਂਡਸ਼ਿਪ ਜੋ ਹੈ ਉਹ ਕਰਦੇ ਹੁੰਦੇ ਸੀ। ਨੈਕਸਟ 1803 ਦੇ ਵਿੱਚ ਜੋ ਜੱਸਾ ਸਿੰਘ ਰਾਮਗੜੀਆ ਹੈ ਉਹਨਾਂ ਦੀ ਡੈਥ ਹੋ ਜਾਂਦੀ ਹੈ ਤੇ ਨੈਕਸਟ ਉਹਨਾਂ ਦੇ ਸਕਸੈਸਰ ਕੌਣ ਆਉਂਦੇ ਨੇ, ਜੋਧ ਸਿੰਘ ਆਉਂਦੇ ਨੇ। ਤੇ ਜੋਧ ਸਿੰਘ ਵੀ ਬਾਅਦ ਦੇ ਵਿੱਚ ਰਣਜੀਤ ਸਿੰਘ ਦੇ ਫਰੈਂਡ ਹੀ ਬਣੇ। ਠੀਕ ਹੈ, ਤਾਂ ਇਹਨਾਂ ਦੇ ਵਿੱਚ ਵੀ ਆਪਸੀ ਜੋ ਹੈ ਕੋਈ ਵੀ ਦੁਸ਼ਮਣੀ ਨਹੀਂ ਸੀ। ਤੇ ਈਵਨ ਕਿ ਜੋਧ ਸਿੰਘ ਦੀ ਫਿਰ ਜਦੋਂ ਡੈਥ ਹੋ ਜਾਂਦੀ ਹੈ ਫਿਰ ਉਸ ਤੋਂ ਬਾਅਦ ਰਣਜੀਤ ਸਿੰਘ ਜੋ ਹੈ ਉਹਨਾਂ ਦੇ ਸਾਰੇ ਪੋਜੀਸ਼ਨ ਨੂੰ ਜਿੰਨੇ ਵੀ ਏਰੀਆ ਜੋਧ ਸਿੰਘ ਦੇ ਅੰਦਰ ਹੁੰਦੇ ਸੀ ਉਹਨਾਂ ਸਾਰਿਆਂ ਨੂੰ ਐਨੈਕਸ ਬਾਅਦ ਚੋਂ ਕਰ ਲਿੱਤਾ ਗਿਆ ਸੀ। ਤੇ ਉਸੇ ਤਰੀਕੇ ਦੇ ਨਾਲ ਹੀ ਰਣਜੀਤ ਸਿੰਘ ਨੇ ਜੋ ਇੱਕ ਦੱਲੇਵਾਲਾ ਟੈਰੀਟਰੀ ਸੀਗੀ, ਠੀਕ ਹੈ, ਅਸੀਂ ਦੱਲੇਵਾਲੀਆ ਮਿਸਲ ਵੀ ਪਿੱਛੇ ਪੜ੍ਹੀ ਸੀ, ਤਾਂ ਦੱਲੇਵਾਲਾ ਜੋ ਟੈਰੀਟਰੀ ਸੀ ਨਾ ਮਿਸਲ ਦੀ ਤਾਂ ਉਹ ਸਾਰੀ ਜੋ ਹੈ ਇਹਨਾਂ ਨੇ ਐਨੈਕਸ ਕਰ ਲਈ ਸੀ ਆਫਟਰ ਇਟਸ ਲੀਡਰ ਤਾਰਾ ਸਿੰਘ ਘੇਬਾ ਡਾਈਡ ਇਨ 1807। ठीक है, दैट मीनस वो इन्होंने भी अपना एक टफ राइवल मान रहे होने, तो इस करके जिन्नी देर तक वो जिंदा सीगे उदों तक फ्रेंडशिप वाला माहौल चल रहा सी। तो उन्होंने डेथ तो बाद उन्होंने फरदर जो सक्सेसर आते हैं सारे वीक ही सी। तो इस करके रणजीत सिंह ने ईजिली दल्लेवाला मिसल की जो टैरेटरी सी उन्होंने भी एनेक्स कर लिया सी। ते बाद दे विच जो फैजलपुरिया मिसल सी 1811 दे विच उन्हां दे अंदर जिन्ना भी एरिया आ रहा सी वो भी रणजीत सिंह ने एनेक्स किया। ते उन्हां दे चीफ कौन सी, लीडर कौन सी फैजलपुरिया मिसल दे उस टाइम दे विच बुद्ध सिंह। ਤਾਂ ਬੁੱਧ ਸਿੰਘ ਦੇ ਕੋਲੋਂ ਫੈਜ਼ਲਪੁਰੀਆ ਮਿਸਲ ਦੇ ਅੰਦਰ ਜੋ ਕੋਈ ਵੀ ਏਰੀਆ ਆ ਰਿਹਾ ਸੀ ਉਹ ਸਾਰਾ ਦਾ ਸਾਰਾ ਰਣਜੀਤ ਸਿੰਘ ਨੇ ਐਨੈਕਸ ਕਰ ਲਿਆ ਸੀ। ਨੈਕਸਟ ਆਂਦੀ ਹੈ ਕਨਕੁਐਸਟ ਆਫ ਸਿਸ ਸਤਲੁਜ ਮਾਲਵਾ ਟੈਰੀਟਰੀ। ਠੀਕ ਹੈ, ਸਿਸ ਸਤਲੁਜ ਕਿਹੜੇ ਏਰੀਆ ਦੀ ਗੱਲ ਹੋ ਰਹੀ ਹੈ, ਮਾਲਵਾ ਰੀਜਨ ਦੀ। ਤਾਂ ਇਹਦੀ ਕਨਕੁਐਸਟ ਜੋ ਹੈ ਉਹ ਕਿਵੇਂ ਹੁੰਦੀ ਹੈ। ਹੁਣ ਰਣਜੀਤ ਸਿੰਘ ਜੋ ਹੈ ਅਸੀਂ ਜਿਵੇਂ ਪੜ੍ਹਿਆ ਕਿ ਬਹੁਤ ਜ਼ਿਆਦਾ ਐਂਬੀਸ਼ੀਅਸ ਸੀਗੇ ਤੇ ਉਹ अपने कंट्रोल नूं सतलुज रिवर तो भी गहां अगे तक जो है वो मालवा टैरीटरी तक भी पूरा उन्होंने फैलाना चाहते सी। ते जिन्नी भी यह पंजाब दी मालवा ट्रैक्ट सी उन्होंने टेक ओवर करना चाहते सी। तां इस तरीके दे नाल हुंदा की है कि जिहड़ा उहदा बहुत वड्डा हिस्सा सी मालवा ट्रैक्ट दा वो किहदे अंदर आ रहा सी, फुल्कियां फैमिली। ठीक है, फुल्कियां मिसल दे अंदर जो है ये उन्हां दा एरिया आ रहा सी, रीजन आ रहा सी। तां जिहड़े सब तो पहलां वाले फुल्किया चीफ सीगे वो कौन हुंदे सी, ਉਹ रूलर सी पटियाले दे या होर रूलर जिमें नाभा दे हो गए, जिंद दे हो गए। तो उन्होंने सारे चीफ जो ने वो किस मिसल तो बिलोंग करते सी, फुल्किया मिसल तो बिलोंग करते सी। तो हुण रणजीत सिंह अपने एम्पायर को एक्सटेंड करना चाहता सी उस रीजन तक। तो इस करके हुण इत्थे स्ट्रैटेजी जो है डेवलप करनी शुरू कर देंगे ने। इस तो बाद हुंदा की है तो उन्होंने दलादी जो है 1806 दे विच उन्होंने भी कैप्चर किया कि एक बहुत ही सीरीयस जो एक क्वारल है, एक जो लड़ाई झगड़ा है वो शुरू हो गया सी कि एक छोटा जिहा टाउन सी, दलादी है कि है एक जगह है, छोटा एक स्मॉल टाउन सी ते उहदे पोजीशन नूं लेके कि ये मेरे अंदर आंदा या तुहाडे अंदर आंदा है। तो पटियाला चीफ दे विच साहिब सिंह ते नाभा रूलर। ठीक है, पटियाला चीफ कौन सी, साहिब सिंह सी ते एक नाभा रूलर सी। तो दोनों के विचाले दलादी रीजन नूं लेके एक लड़ाई झगड़ा जो है छोटा जिहा शुरू हो जाता है।
ਤੇ ਨਾਭਾ ਜੋ ਰੂਲਰ ਸੀਗਾ ਉਹ ਫਿਰ ਰਣਜੀਤ ਸਿੰਘ ਨੂੰ ਹੈਲਪ ਦੇ ਲਈ ਉਹਨਾਂ ਨੇ ਉੱਥੇ ਬੁਲਾਇਆ ਤੇ ਰਣਜੀਤ ਸਿੰਘ ਉਹਨਾਂ ਦੀ ਹੈਲਪ ਦੇ ਲਈ ਮੰਨ ਜਾਂਦੇ ਨੇ ਕਿ ਠੀਕ ਹੈ ਮੈਂ ਤੁਹਾਡੀ ਹੈਲਪ ਕਰਨ ਦੇ ਲਈ ਆ ਰਿਹਾ। ਤੇ ਜਦੋਂ ਉਹਨਾਂ ਦੀ ਹੈਲਪ ਕਰਨ ਦੇ ਲਈ ਜਾਂਦੇ ਨੇ ਤਾਂ ਉੱਥੋਂ ਫਿਰ ਉਹ ਦਲਾਦੀ ਨੂੰ ਕੈਪਚਰ ਕੀਤਾ ਉਹਨਾਂ ਨੇ ਤੇ ਫਿਰ ਉਹ ਬਾਅਦ ਚੋਂ ਪਟਿਆਲਾ ਵੱਲ ਨੂੰ ਵੀ ਵੱਧਦੇ ਨੇ ਤੇ ਉੱਥੋਂ ਵੀ ਜਿੰਨਾ ਵੀ ਇੱਕ ਹੈਵੀ ਟ੍ਰਿਬਿਊਟ ਹੁੰਦਾ ਹੈ ਸਾਹਿਬ ਸਿੰਘ ਤੋਂ ਦਵਾਇਆ ਗਿਆ ਨਾਭਾ ਰੂਲਰ ਨੂੰ। ਠੀਕ ਹੈ, ਇੱਕ ਤਰੀਕੇ ਨਾਲ ਨਾਭਾ ਰੂਲਰ ਦੀ ਉਹ ਹੈਲਪ ਕਰ ਰਹੀ ਸੀ। ਤਾਂ ਇੰਪੋਰਟੈਂਟ ਹੁਣ ਇੱਥੇ ਚੀਜ਼ ਕੀ ਹੋ ਗਈ ਕਿ ਜੋ ਰੀਜਨ ਦਲਾਦੀ ਰੀਜਨ ਸੀ ਜਾਂ ਉੱਥੇ ਦੇ ਜਿਹੜੇ ਲੋਕਲ ਰੂਲਰ ਹੁੰਦੇ ਸੀ ਉਹਨਾਂ ਦੀ ਆਪਸ ਦੇ ਵਿੱਚ ਜੋ ਹੈ ਨਹੀਂ ਸੀ ਬਣ ਰਹੀ, ਤਾਂ ਉਸੇ ਚੀਜ਼ ਦਾ ਜੋ ਹੈ ਥੋੜਾ ਜਿਹਾ ਫਾਇਦਾ ਰਣਜੀਤ ਸਿੰਘ ਨੂੰ ਹੋ ਜਾਂਦਾ ਹੈ ਕਿਉਂਕਿ ਆਪਣੇ ਆਪ ਇਹਨਾਂ ਨੂੰ ਇੱਕ ਇਨਵੀਟੇਸ਼ਨ ਦਿੱਤਾ ਗਿਆ ਕਿ ਤੁਸੀਂ ਆ ਕੇ ਜੋ ਹੈ ਮੇਰੀ ਹੈਲਪ ਕਰੋ। ਸਾਹਿਬ ਸਿੰਘ ਜੋ ਹੈ ਇਹ ਦਲਾਦੀ ਰੀਜਨ ਨੂੰ ਕੈਪਚਰ ਕਰਨਾ ਚਾਹੁੰਦਾ ਹੈ, ਆਪਣਾ ਜੋ ਹੈ ਉਹਨੂੰ ਇੱਕ ਤਰੀਕੇ ਨਾਲ ਰਾਜ ਐਸਟੈਬਲਿਸ਼ ਕਰਨਾ ਚਾਹੁੰਦਾ ਹੈ, ਤਾਂ ਤੁਸੀਂ ਮੇਰੀ ਹੈਲਪ ਕਰਨ ਦੇ ਲਈ ਆਓ। ਤਾਂ ਰਣਜੀਤ ਸਿੰਘ ਉੱਥੇ ਹੈਲਪ ਕਰਨ ਲਈ ਜਾਂਦੇ ਨੇ ਤੇ ਦਲਾਦੀ ਰੀਜਨ ਨੂੰ ਉਹ ਕੈਪਚਰ ਵੀ ਕਰਦੇ ਨੇ। ਦੈਨ ਉਸ ਤੋਂ ਬਾਅਦ ਆਉਂਦਾ ਹੈ ਕਿ ਕੈਪਚਰ ਕਰਨ ਤੋਂ ਬਾਅਦ ਇਹਨਾਂ ਨੇ ਮਾਲਵਾ ਰੀਜਨ ਵੱਲ ਵੀ ਇਹ ਦੁਬਾਰਾ ਵੱਧਦੇ ਨੇ ਤੇ ਮਾਲਵਾ ਰੀਜਨ ਵੱਲ ਵੱਧਦੇ ਹੋਏ ਜੋ ਵੀ ਪ੍ਰੋਮਿਨੈਂਟ ਸਿੱਖ ਸਰਦਾਰ ਸੀਗੇ ਉਸ ਰੀਜਨ ਦੇ ਉਹ ਸਾਰਿਆਂ ਨੂੰ ਹੀ ਆਪਣੀ ਜੋ ਪੋਜੀਸ਼ਨ ਸੀਗੇ ਉਹਨਾਂ ਦੇ ਏਰੀਆ ਸੀਗੇ ਅੰਡਰ ਸੀਗੇ ਉਹ ਸਾਰਾ ਉਹਨਾਂ ਨੇ ਰਣਜੀਤ ਸਿੰਘ ਨੂੰ ਦਿੱਤਾ ਸੀ। ਤਾਂ 1808 ਦੇ ਵਿੱਚ ਕੀ ਹੁੰਦਾ ਹੈ, ਹੁਣ ਸਾਹਿਬ ਸਿੰਘ ਜੋ ਪਟਿਆਲਾ ਦਾ ਸੀਗਾ, ਹੁਣ ਜਿਵੇਂ ਅਸੀਂ ਦੇਖਿਆ ਕਿ ਜੋ ਲੜਾਈ ਹੋਈ, ਠੀਕ ਹੈ, ਇੱਥੇ ਹੈਲਪ ਕਿਹਦੀ ਕੀਤੀ? ਨਾਭਾ ਰੂਲਰ ਦੀ ਹੈਲਪ ਕੀਤੀ, ਪਟਿਆਲੇ ਦੇ ਰਾਜੇ ਦੀ ਨਹੀਂ ਸੀ ਕੀਤੀ, ਸਾਹਿਬ ਸਿੰਘ ਦੀ ਨਹੀਂ ਸੀ ਕੀਤੀ। ਠੀਕ ਹੈ, ਤਾਂ 1808 ਦੇ ਵਿੱਚ ਹੁਣ ਸਾਹਿਬ ਸਿੰਘ ਨੇ ਇਸ ਚੀਜ਼ ਨੂੰ ਰਿਅਲਾਈਜ਼ ਕੀਤਾ ਕਿ ਮੇਰੀ ਜੋ ਇੱਕ ਫਰੈਂਡਸ਼ਿਪ ਹੈ ਰਣਜੀਤ ਸਿੰਘ ਦੇ ਨਾਲ ਹੋਣੀ ਜ਼ਰੂਰੀ ਹੈ ਕਿ ਕੱਲ ਨੂੰ ਆ ਕੇ ਉਹ ਮੇਰੀ ਵੀ ਹੈਲਪ ਕਰ ਸਕਦਾ ਹੈ ਕਿਸੇ ਤਰੀਕੇ ਦਾ ਜੇ ਮੇਰਾ ਝਗੜਾ ਹੋਰ ਬਾਕੀ ਇੱਥੇ ਦੇ ਲੋਕਲ ਰੂਲਰਸ ਦੇ ਨਾਲ ਹੁੰਦਾ ਹੈ। ਤਾਂ ਸਾਹਿਬ ਸਿੰਘ ਪਟਿਆਲਾ ਦਾ ਔਰ ਰਣਜੀਤ ਸਿੰਘ ਦੇ ਨਾਲ ਆਪਣੀ ਪਗੜੀ ਨੂੰ ਬਦਲਾ ਕੇ ਐਕਸਚੇਂਜ ਕਰਕੇ ਇੱਕ ਦੂਜੇ ਦੇ ਨਾਲ ਜੋ ਹੈ ਕਸਮ ਖਾਂਦੇ ਨੇ ਕਿ ਅਸੀਂ ਇੱਕ ਦੂਜੇ ਦੇ ਲਈ ਹਮੇਸ਼ਾ ਜੋ ਇੱਕ ਫ੍ਰੈਂਡਲੀ ਬਿਹੇਵੀਅਰ ਹੈ ਉਵੇਂ ਦਾ ਹੀ ਰੱਖਾਂਗੇ, ਇੱਕ ਦੂਜੇ ਦੇ ਅਗੇਂਸਟ ਜੋ ਹੈ ਅਸੀਂ ਕਦੇ ਨਹੀਂ ਜਾਵਾਂਗੇ। ਨੈਕਸਟ ਇੰਪੋਰਟੈਂਟ ਬੈਟਲਸ ਆਉਂਦੀਆਂ ਨੇ ਤੇ ਇੰਪੋਰਟੈਂਟ ਬੈਟਲਸ ਦੇ ਵਿੱਚ ਕੀ ਹੈ ਕਿ ਜਿਵੇਂ ਰਣਜੀਤ ਸਿੰਘ ਆਪਣੇ ਏਰੀਆ ਨੂੰ ਆਪਣੇ ਐਮਪਾਇਰ ਨੂੰ ਵਧਾ ਰਹੀ ਸੀ, ਐਕਸਪੈਂਡ ਕਰ ਰਹੀ ਸੀ, ਤਾਂ ਉਸੇ ਐਕਸਪੈਂਸ਼ਨ ਦੇ ਦੌਰਾਨ ਰਸਤੇ ਦੇ ਵਿੱਚ ਉਹਨਾਂ ਦੇ ਜਿਹੜੀ ਵੀ ਰੀਜਨਸ ਆ ਰਹੇ ਨੇ ਉਹਨਾਂ ਨੂੰ ਉਹ ਜਿੱਤਦੇ ਗਏ। ਜਿਵੇਂ ਕਿ ਜੰਮੂ ਰੀਜਨ ਨੂੰ ਵੀ ਉਹਨਾਂ ਨੇ ਜਿੱਤਿਆ 1800 ਦੇ ਵਿੱਚ। ਠੀਕ ਹੈ, ਤਾਂ ਉੱਥੇ ਦੇ ਤਾਂ ਜੋ ਰੂਲਰ ਸੀਗੇ ਕਈ ਜਗ੍ਹਾ ਵੀ ਐਵੇਂ ਵੀ ਹੋਇਆ ਕਿ ਰੂਲਰਸ ਨੇ ਆਪਣੇ ਆਪ ਹੀ ਜੋ ਹੈ ਰਣਜੀਤ ਸਿੰਘ ਦੇ ਅੱਗੇ ਹਾਰ ਮੰਨ ਲਈ ਤੇ ਆਪਣੀ ਸਾਰੀ ਟੈਰੀਟਰੀ ਜੋ ਹੈ ਉਹਨਾਂ ਨੂੰ ਦਿੱਤੀ। ਇਸੇ ਤਰੀਕੇ ਨਾਲ ਅੰਮ੍ਰਿਤਸਰ 1802 ਦੇ ਵਿੱਚ ਤੇ ਮਾਈ ਸੁੱਖਾਂ ਜੋ ਨੇ ਇੱਥੇ ਹੁਣ ਅਗੇਂਸਟ ਸੀ ਰਣਜੀਤ ਸਿੰਘ ਦੇ। ਦੈਨ ਕਸੂਰ 1807 ਦੇ ਵਿੱਚ ਤਾਂ ਇੱਥੇ ਕਿਹਨਾਂ ਦੇ ਨਾਲ ਜੋ ਹੈ ਇਹ ਲੜਾਈ ਹੁੰਦੀ ਹੈ, ਅਫਗਾਨ ਚੀਫ ਸੀ ਕੁਤੁਬਉদ্ਦੀਨ। ਦੈਨ ਝੰਗ 1807। ਠੀਕ ਹੈ, ਇੱਥੇ ਜਿਹੜੇ ਸਾਹਮਣੇ ਨਾਂ ਲਿਖੇ ਹੋਏ ਨੇ ਉਹ ਉਹਨਾਂ ਦੇ ਨਾਂ ਲਿਖੇ ਹੋਏ ਨੇ ਜੋ ਰਣਜੀਤ ਸਿੰਘ ਦੇ ਅਗੇਂਸਟ ਕੀ ਫਾਈਟ ਕਿਹਦੇ ਵਿੱਚ ਹੋ ਰਹੀ ਹੈ, ਰਣਜੀਤ ਸਿੰਘ ਤੇ ਇਹਨਾਂ ਲੋਕਾਂ ਦੇ ਵਿੱਚ। ਠੀਕ ਹੈ, ਤਾਂ ਝੰਗ 1807 ਦੇ ਵਿੱਚ ਅਹਿਮਦ ਖਾਨ ਸੀਗੇ ਉਹਨਾਂ ਦੇ ਅਗੇਂਸਟ। ਸਿਆਲਕੋਟ 1808 ਜੀਵਨ ਸਿੰਘ। ਕਾਂਗੜਾ ਦੇ ਵਿੱਚ ਵੀ ਜੋ ਹੈ ਕਾਂਗੜਾ ਨੂੰ ਵੀ ਐਕਵਾਇਰ ਕੀਤਾ ਸੀ ਰਣਜੀਤ ਸਿੰਘ ਨੇ, ਤਾਂ ਉੱਥੇ ਰਾਜਾ ਸੰਸਾਰ ਚੰਦ ਕਟੋਚ ਸੀ। ਤੇ ਅਟੌਕ ਨੂੰ 1813 ਈਸਵੀ ਦੇ ਵਿੱਚ ਤੇ ਉੱਥੇ ਜੋ ਇਹ ਦੀਵਾਨ ਸੀਗੇ ਰਣਜੀਤ ਸਿੰਘ ਦੇ ਮੋਹਕਮ ਚੰਦ, ਉਹਨਾਂ ਨੇ ਅਫਗਾਨ ਫੋਰਸਸ ਨੂੰ ਹਰਾਇਆ ਸੀ, ਸ਼ਾਹ ਮਹਿਮੂਦ ਦੀਆਂ ਅਫਗਾਨ ਫੋਰਸਸ ਨੂੰ ਉੱਥੇ ਹਰਾਇਆ। ਦੈਨ ਮੁਲਤਾਨ 1818। ਠੀਕ ਹੈ, ਤਾਂ ਇੱਥੇ ਵੀ ਜੋ ਦੀਵਾਨ ਚੰਦ ਸੀਗਾ ਉਹਨੇ ਮੁਜ਼ੱਫਰ ਖਾਨ ਨੂੰ ਉੱਥੇ ਮਾਰਿਆ ਤੇ ਮਾਰਨ ਤੋਂ ਬਾਅਦ ਮੁਲਤਾਨ ਰੀਜਨ ਨੂੰ ਕੈਪਚਰ ਕੀਤਾ। ਫਿਰ ਕਸ਼ਮੀਰ 1818 ਦੇ ਵਿੱਚ ਤਾਂ ਇੱਥੇ ਦੀਵਾਨ ਹੁਣ ਮੋਤੀ ਰਾਮ ਸੀਗਾ ਤਾਂ ਉਹਨੂੰ ਅਪਾਇੰਟ ਕਰ ਦਿੱਤਾ ਗਿਆ ਸੀ ਗਵਰਨਰ ਆਫ ਕਸ਼ਮੀਰ ਉੱਥੇ ਦੀ ਦੇਖ ਰੇਖ ਦੇ ਲਈ। ਫਿਰ ਪੇਸ਼ਾਵਰ ਨੂੰ ਵੀ ਆਕਿਊਪਾਈ ਕੀਤਾ। ਬੈਟਲ ਆਫ ਜਮਰੂਦ ਵੀ ਹੁੰਦੀ ਹੈ 1837 ਦੇ ਵਿੱਚ ਤੇ ਬੈਟਲ ਆਫ ਜਮਰੂਦ ਜੋ ਹੈ ਉਹ ਇੱਕ ਤਰੀਕੇ ਦੀ ਲਾਸਟ ਕਨਫਰੰਟੇਸ਼ਨ ਸੀਗੀ ਬਿਟਵੀਨ ਦ ਸਿੱਖਸ ਐਂਡ ਦੀ ਅਫਗਾਨ। ਤਾਂ ਇਸ ਤੋਂ ਬਾਅਦ ਜੋ ਹੈ ਸਿੱਖਾਂ ਤੇ ਅਫਗਾਨ ਦੇ ਵਿੱਚ ਜੋ ਲੜਾਈ ਹੈ ਉਹ ਖਤਮ ਹੁੰਦੀ ਹੈ ਕਿਉਂਕਿ ਹੁਣ ਪੂਰਾ ਪੰਜਾਬ ਰੀਜਨ ਜੋ ਹੈ ਪੂਰੀ ਜੋ ਅੱਜ ਦੇ ਟਾਈਮ ਦਾ ਵੀ ਅਸੀਂ ਪਾਕਿਸਤਾਨ ਦੇਖ ਰਹੇ ਹਾਂ ਉਹਨੂੰ ਕੰਸੋਲੀਡੇਟ ਕਰਕੇ ਰਣਜੀਤ ਸਿੰਘ ਨੇ ਆਪਣਾ ਇੱਕ ਬਹੁਤ ਵੱਡਾ ਐਮਪਾਇਰ ਜੋ ਹੈ ਉੱਥੇ ਐਸਟੈਬਲਿਸ਼ ਕਰ ਲਿਆ ਸੀ। ਤਾਂ ਇਸ ਕਰਕੇ ਇਹ ਜੋ ਛੋਟੀ ਛੋਟੀ ਐਕਸਪੈਂਸ਼ਨਸ ਨੇ ਸਾਨੂੰ ਇਹ ਬਸ ਇੰਪੋਰਟੈਂਟ ਪਤਾ ਹੋਣਾ ਚਾਹੀਦਾ ਹੈ ਕਿ ਇਹ ਵੀ ਰੀਜਨ ਸੀਗੇ ਕਿ ਇੱਕ ਟਾਈਮ ਦੇ ਵਿੱਚ ਰਣਜੀਤ ਸਿੰਘ ਨੇ ਇਹਨਾਂ ਨੂੰ ਵੀ ਜਿੱਤਿਆ ਸੀ। ਹੁਣ ਜੋ ਸਮਾਂ ਸ਼ੁਰੂ ਹੋ ਜਾਂਦਾ ਹੈ ਉਹਦੇ ਵਿੱਚ ਕੀ ਹੋਏਗਾ ਕਿ ਹੁਣ ਰਣਜੀਤ ਸਿੰਘ ਦਾ ਜੋ ਹੁਣ ਸਾਹਮਣਾ ਹੈ ਉਹ ਬ੍ਰਿਟਿਸ਼ ਰਾਜ ਦੇ ਨਾਲ ਸੀ, ਬ੍ਰਿਟਿਸ਼ ਰੂਲਰਸ ਦੇ ਨਾਲ ਪੈ ਗਿਆ। ਹੁਣ ਬ੍ਰਿਟਿਸ਼ ਵੀ ਅਸੀਂ ਦੇਖਿਆ ਕਿ ਐਂਬਿਸ਼ੀਅਸ ਨੇ, ਰਣਜੀਤ ਸਿੰਘ ਵੀ ਐਂਬਿਸ਼ੀਅਸ ਹੈ ਬਹੁਤ ਜ਼ਿਆਦਾ, ਤਾਂ ਇਸ ਕਰਕੇ ਉਹ ਵੀ ਆਪਣੀ ਟੈਰੀਟਰੀ ਨੂੰ ਐਕਸਪੈਂਡ ਕਰਨਾ ਚਾਹੁੰਦੇ ਨੇ ਤੇ ਇਹ ਵੀ ਕਰਨਾ ਚਾਹੁੰਦੇ ਨੇ। ਠੀਕ ਹੈ, ਤਾਂ ਬ੍ਰਿਟਿਸ਼ ਦੇ ਨਾਲ ਇੱਕ ਟ੍ਰੀਟੀ ਹੋਈ ਸੀ, ਟ੍ਰੀਟੀ ਆਫ ਅੰਮ੍ਰਿਤਸਰ 1809। ਤਾਂ ਇਹਨੂੰ ਪਹਿਲਾਂ ਅਸੀਂ ਟ੍ਰੀਟੀ ਨੂੰ ਦੇਖਦੇ ਹਾਂ, ਬਾਅਦ ਚੋਂ ਅਸੀਂ ਇਹਦੀ ਬੈਕਗਰਾਉਂਡ ਵੀ ਦੇਖਾਂਗੇ ਕਿ ਐਕਚੁਅਲ ਦੇ ਵਿੱਚ ਕਿਉਂ ਇਹ ਟ੍ਰੀਟੀ ਜੋ ਹੈ ਉਹਨੂੰ ਕਨਕਲੂਡ ਕਰਨਾ ਪਿਆ ਸੀ। ਤਾਂ ਟ੍ਰੀਟੀ ਦੇ ਵਿੱਚ ਕਿਹਾ ਕੀ ਗਿਆ ਜਾਂ ਇਸ ਟ੍ਰੀਟੀ ਨੂੰ ਟ੍ਰੀਟੀ ਆਫ ਮਿਊਚੁਅਲ ਫਰੈਂਡਸ਼ਿਪ ਵੀ ਬੋਲਿਆ ਜਾਂਦਾ ਹੈ। ਤੇ ਰਣਜੀਤ ਸਿੰਘ ਮੰਨ ਚੁੱਕਿਆ ਸੀ ਕਿ ਉਹ ਸਤਲੁਜ ਰਿਵਰ ਦੇ ਜੋ ਫਰਦਰ ਸਦਰਨ ਏਰੀਆ ਹੈ ਉਹ ਉੱਥੇ ਤੱਕ ਆਪਣੇ ਰੀਜਨ ਨੂੰ ਐਕਸਪੈਂਡ ਨਹੀਂ ਕਰੇਗਾ ਕਿਉਂਕਿ ਉਸ ਤੋਂ ਸਦਰਨ ਰੀਜਨ ਦੇ ਵਿੱਚ ਬ੍ਰਿਟਿਸ਼ ਰਾਜ ਜੋ ਹੈ ਕੰਪਨੀ ਰੂਲ ਜੋ ਹੈ ਚੱਲ ਰਿਹਾ ਸੀ। ਤੇ ਬ੍ਰਿਟਿਸ਼ ਰਾਜ ਨੇ ਵੀ, ਕੰਪਨੀ ਨੇ ਵੀ ਇਹ ਚੀਜ਼ ਨੂੰ ਮੰਨਿਆ
कि ਅਸੀਂ ਵੀ जो है ਇਹ ਕੋਸ਼ਿਸ਼ नहीं करांगे कि सतलुज रिवर ਨੂੰ क्रॉस करके कभी ਤੁਹਾਡੇ ਏਰੀਆ ਦੇ ਵਿੱਚ आइए सिख टैरेटरी ਦੇ ਵਿੱਚ जो है किसी तरीके ਦੀ ਇਨਵੇਜਨ ਕਰੀਏ। ਤਾਂ ਦੋਨਾਂ ਦੇ ਵਿੱਚ ਇਹ ਇੱਕ ਤਰੀਕੇ ਦੀ फ्रेंडशिप म्यूचुअल फ्रेंडशिप ਦੀ ट्रीटी हुई कि ना ਤੁਸੀਂ ਸਾਡੇ ਏਰੀਆ ਦੇ ਵਿੱਚ ਆਓਗੇ ਨਾ ਅਸੀਂ ਤੁਹਾਡੇ ਏਰੀਆ ਦੇ ਵਿੱਚ ਆਵਾਂਗੇ। ਤਾਂ ਦੋਨਾਂ ਨੇ ਇਹ ਚੀਜ਼ ਨੂੰ ਕੀਤਾ ਤੇ ਇਹਨੂੰ ਇੰਪਲੀਮੈਂਟ ਕਰਨ ਦੇ ਲਈ ਕੀ ਕੀਤਾ ਗਿਆ ਕਿ ਰਣਜੀਤ ਸਿੰਘ ਨੇ ਬਖਸ਼ੀ ਨੰਦ ਸਿੰਘ ਭੰਡਾਰੀ ਨੂੰ ਕੀ ਕਿਹਾ ਕਿ ਐਜ਼ ਅ ਏਜੰਟ, ਠੀਕ ਹੈ, ਰਣਜੀਤ ਸਿੰਘ ਦਾ ਏਜੰਟ ਜੋ ਹੈ ਉਹਨੂੰ ਬਣਾ ਕੇ ਲੁਧਿਆਣੇ ਕਿਹਾ ਕਿ ਤੁਸੀਂ ਇੱਥੇ ਰੁਕੋਗੇ। ਕਿਉਂ? ਤਾਂ ਕਿ ਉਹ ਸਾਰਾ ਕੁਝ ਚੀਜ਼ਾਂ ਨੂੰ ਦੇਖ ਸਕਣ ਕਿ ਕਿਤੇ ਆਪਣੀ ਜੋ ਟ੍ਰੀਟੀ ਹੁਣ ਹੋਈ ਹੈ ਉਹਦੀ ਵਾਇਲੇਸ਼ਨ ਤਾਂ ਨਹੀਂ ਕਰ ਰਹੇ ਬ੍ਰਿਟਿਸ਼। ਤਾਂ ਇਸੇ ਤਰੀਕੇ ਦੇ ਨਾਲ ਬ੍ਰਿਟਿਸ਼ ਨੇ ਵੀ ਇੰਗਲਿਸ਼ ਨੇ ਵੀ ਕੀ ਕੀਤਾ ਸੀ, ਜੋ ਖੁਸ਼ਵੰਤ ਰਾਏ ਸੀਗੇ ਉਹਨਾਂ ਨੂੰ ਲਾਹੌਰ ਭੇਜਿਆ ਸੀਗਾ ਐਜ਼ देयर ਰਿਪਰੈਜ਼ੈਂਟੇਟਿਵ ਐਟ ਦ ਸਿੱਖ ਕੋਰਟ। ਠੀਕ ਹੈ, ਤਾਂ ਦੋਨਾਂ ਨੇ ਜੋ ਹੈ ਆਪਣੇ ਆਪਣੇ ਬੰਦਿਆਂ ਨੂੰ ਇੱਕ ਦੂਜੇ ਦੀ ਨਿਗਰਾਨੀ ਰੱਖਣ ਦੇ ਲਈ ਜੋ ਹੈ ਅਪਾਇੰਟ ਕੀਤਾ ਹੋਇਆ ਸੀ। ਤੇ ਹੁਣ ਅਸੀਂ ਦੇਖਦੇ ਹਾਂ ਕਿ ਇਹਦੇ ਬੈਕਗ੍ਰਾਉਂਡ ਕੀ ਟ੍ਰੀਟੀ ਆਫ ਅੰਮ੍ਰਿਤਸਰ ਹੋਈ ਕਿਉਂ, ਐਕਚੁਅਲ ਦੇ ਵਿੱਚ ਐਵੇਂ ਦੀ ਕੀ ਚੀਜ਼ ਹੋ ਗਈ ਸੀ ਕਿ ਇੱਥੇ ਟ੍ਰੀਟੀ ਹੋਣੀ ਪਈ, ਜਾਂ ਦੋਨਾਂ ਦੇ ਵਿੱਚ ਕਿਵੇਂ ਦਾ ਲੜਾਈ ਝਗੜਾ ਜੋ ਹੈ ਉਹ ਟੈਰੀਟਰੀਜ਼ ਨੂੰ ਲੈ ਕੇ ਉਹ ਹੋ ਰਿਹਾ ਸੀ। बैकग्राउंड यही है कि जो रंजीत सिंह सी वो अपना रीजन एक्सपैंड करना चाहता सी। ठीक है, मालवा तक जो है ਅਸੀਂ ਦੇਖਿਆ ਕਿ ਉਹ ਜਾ ਰਹੇ ਸੀ, ਈਵਨ ਕਿ ਸਤਲੁਜ ਰਿਵਰ ਤੋਂ ਵੀ ਸਦਰਨ ਏਰੀਆ ਤੱਕ ਜਿੱਥੇ ਕੰਪਨੀ ਰੂਲ ਚੱਲ ਰਿਹਾ ਸੀ ਉੱਥੇ ਤੱਕ ਐਕਸਪੈਂਡ ਕਰਨਾ ਚਾਹੁੰਦੇ ਸੀ। ਤੇ ਉਹਨਾਂ ਰੀਜਨਸ ਦੇ ਵਿੱਚ ਬਹੁਤ ਸਾਰੇ ਮਲਵਈ ਸਿੱਖ ਕਿੰਗਡਮ ਸੀਗੇ, ਜਿਵੇਂ ਕਿ ਪਟਿਆਲਾ ਹੋ ਗਿਆ, ਜਿੰਦ ਹੋ ਗਿਆ, ਨਾਭਾ ਹੋ ਗਿਆ, ਕਪੂਰਥਲਾ ਹੋ ਗਿਆ। ਤਾਂ ਇਹ ਮਲਵਈ ਸਿੱਖ ਜਿਹੜੇ ਸੀਗੇ ਉਹ ਇੱਕ ਤਰੀਕੇ ਦੇ ਨਾਲ ਬ੍ਰਿਟਿਸ਼ ਦੇ ਨਾਲ ਪਹਿਲਾਂ ਹੀ ਰਲੇ ਹੋਏ ਸੀ, ਕਿਉਂਕਿ ਬ੍ਰਿਟਿਸ਼ ਉਹਨਾਂ ਨੂੰ ਪ੍ਰੋਟੈਕਸ਼ਨ ਪ੍ਰੋਵਾਈਡ ਕਰ ਰਿਹਾ ਸੀ ਰਣਜੀਤ ਸਿੰਘ ਦੇ ਅਗੇਂਸਟ। ਤੇ ਉਹਨਾਂ ਨੇ ਕੀ ਕੀਤਾ, ਬ੍ਰਿਟਿਸ਼ ਦੇ ਨਾਲ ਮਿਲ ਕੇ ਆਪਣੀ ਜੋ ਫੋਰਸਿਸ ਸੀਗੀਆਂ ਉਹ ਉੱਥੇ ਡਿਪਲੋਏ ਕਰਤੀਆਂ। ਤੇ ਬੜਾ ਹੀ ਧਿਆਨ ਦੇ ਨਾਲ ਰਣਜੀਤ ਸਿੰਘ ਨੇ ਇਹਨਾਂ ਸਾਰੀ ਚੀਜ਼ਾਂ ਨੂੰ ਦੇਖਿਆ ਕਿ ਹੋ ਕੀ ਰਿਹਾ, ਤੇ ਉਹਨੇ ਰਿਅਲਾਈਜ਼ ਕੀਤਾ ਕਿ ਮੇਰੀ ਕੁਝ ਮਿਲਟਰੀ ਵੀਕਨੈਸ ਹੈਗੀਆਂ ਨੇ ਹਲੇ, ਕਿ ਮੈਂ ਇਸ ਟਾਈਮ ਉਹਨਾਂ ਦਾ ਸਾਹਮਣਾ ਨਹੀਂ ਕਰ ਸਕਦਾ। ਤਾਂ ਇਸ ਕਰਕੇ ਜੋ ਹੈ ਇਹ ਬਾਅਦ ਦੇ ਵਿੱਚ ਟ੍ਰੀਟੀ ਹੁੰਦੀ ਹੈ ਕਿ ਠੀਕ ਹੈ ਅਸੀਂ ਤੁਹਾਡੀ ਰੀਜਨ ਦੇ ਵਿੱਚ ਨਹੀਂ ਆਵਾਂਗੇ, ਪਰ ਤੁਹਾਨੂੰ ਵੀ ਸਾਡੇ ਨਾਲ ਇਹ ਪ੍ਰੋਮਿਸ ਕਰਨਾ ਪਏਗਾ ਕਿ ਕੱਲ ਨੂੰ ਤੁਸੀਂ ਵੀ ਕਦੇ ਵੀ ਸਿੱਖ ਟੈਰੀਟਰੀ ਦੇ ਵਿੱਚ ਇਨਵੇਡ ਕਰਨ ਦੀ ਕੋਸ਼ਿਸ਼ ਨਹੀਂ ਕਰੋਗੇ। ਤਾਂ ਇਹ ਜੋ ਹੈ ਤੁਹਾਡੀ ਟ੍ਰੀਟੀ ਆਫ ਅੰਮ੍ਰਿਤਸਰ ਦੀ ਬੈਕਗ੍ਰਾਉਂਡ ਬਣਦੀ ਹੈ ਕਿ ਐਕਚੁਅਲ ਦੇ ਵਿੱਚ ਹੋਇਆ ਕੀ ਸੀ। ਠੀਕ ਹੈ, ਤੇ ਐਕਸਪੈਂਸ਼ਨ ਹੀ ਜੋ ਹੈ ਉਹਦਾ ਰੀਜ਼ਨ ਸੀਗਾ ਕਿ ਰਣਜੀਤ ਸਿੰਘ ਐਕਸਪੈਂਡ ਕਰਨਾ ਚਾਹੁੰਦਾ ਸੀ, ਪਰ ਉਹਨੇ ਦੇਖਿਆ ਕਿ ਹਲੇ ਉਹ ਇੰਨਾ ਜ਼ਿਆਦਾ ਕਾਬਿਲ ਨਹੀਂ ਹੈ, ਕੈਪੇਬਲ ਨਹੀਂ ਹੈ ਕਿ ਉਹ ਬ੍ਰਿਟਿਸ਼ ਦਾ ਸਾਹਮਣਾ ਕਰ ਪਾਏ, ਕਿਉਂਕਿ ਉਹਨਾਂ ਕੋਲ ਫੋਰਸਿਸ ਜੋ ਨੇ ਆਪਣੇ ਵੱਲ ਜ਼ਿਆਦਾ ਸੀ ਤੇ ਬਾਕੀ ਕੁਝ ਮਲਵਈ ਸਿੱਖ ਕਿੰਗਡਮਸ ਜੋ ਸੀਗੀਆਂ ਉਹ ਵੀ ਬ੍ਰਿਟਿਸ਼ ਦੀ ਹੈਲਪ ਕਰ ਰਹੀਆਂ ਸੀ। ਤਾਂ ਇਸ ਕਰਕੇ ਜੋ ਹੈ ਇਹ ਚਾਰਲਸ ਮੈਟਕੈਫ ਦੇ ਅੰਦਰ ਜੋ ਹੈ ਇਹ ਟ੍ਰੀਟੀ ਹੁੰਦੀ ਹੈ। ਨੈਕਸਟ ਅਸੀਂ ਗੱਲ ਕਰਦੇ ਹਾਂ ਰਿਲੀਜੀਅਸ ਪੋਲਿਸੀ ਦੀ। ਠੀਕ ਹੈ, ਕਿਉਂਕਿ ਅਸੀਂ ਐਕਸਪੈਂਸ਼ਨਸ ਤਾਂ ਦੇਖ ਲਿਆ ਕਿ ਐਕਸਪੈਂਡ ਕਰਕੇ ਹੁਣ ਆਪਣਾ ਐਮਪਾਇਰ ਤਾਂ ਐਸਟੈਬਲਿਸ਼ ਹੋ ਗਿਆ, ਤਾਂ ਹੁਣ ਉੱਥੇ ਪੋਲਿਸੀਜ਼ ਕਿਵੇਂ ਦੀਆਂ ਸੀਗੀਆਂ ਜਿਨ੍ਹਾਂ ਨੂੰ ਕੀ ਫੋਲੋ ਕੀਤਾ ਗਿਆ, ਰਣਜੀਤ ਸਿੰਘ ਨੇ ਡਿਵੈਲਪ ਕੀਤੀਆਂ। ਤੇ ਬੇਸ਼ੱਕ ਰਣਜੀਤ ਸਿੰਘ ਦੀ ਜੋ ਐਂਬਿਸ਼ਨ ਸੀਗੀਆਂ ਉਹਨਾਂ ਤੇ ਹੁਣ ਇੱਕ ਰੋਕ ਜੋ ਹੈ ਇਸ ਟ੍ਰੀਟੀ ਨੇ ਲਗਾਤੀ ਸੀ ਕਿ ਉਸ ਤੋਂ ਅੱਗੇ ਜੋ ਹੈ ਉਹ ਨਹੀਂ ਜਾ ਸਕਦੇ, ਤੇ ਨਾ ਹੀ ਮਾਝਾ ਤੇ ਮਾਲਵਾ ਦੇ ਜਿਹੜੇ ਸਿੱਖ ਸੀਗੇ ਉਹਨਾਂ ਦੀ ਯੂਨੀਫਿਕੇਸ਼ਨ ਜੋ ਹੈ ਕਰ ਸਕਦੇ ਸੀ, ਇੱਕ ਖਾਲਸਾ ਰੀਜਨ ਜੋ ਹੈ ਉਹਦੀ ਸਥਾਪਨਾ ਕਰ ਸਕਦੇ ਸੀ। ਬਟ ਫਿਰ ਵੀ ਇਹਨਾਂ ਚੀਜ਼ਾਂ ਨੇ ਇੱਕ ਐਡਵਾਂਟੇਜ ਜੋ ਹੈ ਉਸ ਟਾਈਮ ਦੇ ਵਿੱਚ ਰਣਜੀਤ ਸਿੰਘ ਨੂੰ ਦਿੱਤੀ। ਐਡਵਾਂਟੇਜ ਕੀ ਸੀ ਕਿ ਹੁਣ ਉਹ ਇੱਕ ਤਰੀਕੇ ਦੇ ਨਾਲ ਇਹ ਚੀਜ਼ ਨੂੰ ਫੀਲ ਕਰ ਪਾ ਰਹੇ ਸੀ ਕਿ ਸਾਡਾ ਸਦਰਨ ਰੀਜਨ ਦੇ ਵੱਲੋਂ ਕੋਈ ਵੀ ਸਾਡੇ ਤੇ ਅਟੈਕ ਕਰਨ ਦੇ ਲਈ ਅੱਗੇ ਨਹੀਂ ਆਏਗਾ। ਠੀਕ ਹੈ, ਤਾਂ ਜੋ ਇੱਕ ਪ੍ਰੈਸ਼ਰ ਹੁੰਦਾ ਹੈ ਕਿ ਕਦੇ ਵੀ ਮੇਰੇ ਤੇ ਅਟੈਕ ਹੋ ਸਕਦਾ ਹੈ ਬ੍ਰਿਟਿਸ਼ ਦੇ ਵੱਲੋਂ, ਕੰਪਨੀ ਵੱਲੋਂ, ਤਾਂ ਉਹ ਚੀਜ਼ ਜੋ ਹੈ ਸਿਰ ਤੋਂ ਭਾਰ ਲੱਥ ਚੁੱਕਿਆ ਸੀ। ਤਾਂ ਇਸ ਕਰਕੇ ਉਹਨਾਂ ਨੇ ਹੁਣ ਆਪਣਾ ਇੱਥੇ ਕੰਮਕਾਰ ਜੋ ਹੈ ਵਧੀਆ ਤਰੀਕੇ ਦੇ ਨਾਲ ਉਹਨੂੰ ਸਟੈਬਲਿਸ਼ ਕਰਨਾ ਸ਼ੁਰੂ ਕਰਤਾ। ਰਿਲੀਜੀਅਸ ਪੋਲਿਸੀ ਦੀ ਜੇ ਅਸੀਂ ਗੱਲ ਕਰੀਏ ਰਣਜੀਤ ਸਿੰਘ ਦੀ, ਤਾਂ ਉਹ ਇੱਕ ਬਹੁਤ ਹੀ ਸੈਕੂਲਰ ਕਿੰਗ ਸੀ। ਠੀਕ, ਤਾਂ ਉਹ ਕਿਸੇ ਵੀ ਧਰਮ ਦੇ ਜੋ ਹੈ ਅਗੇਂਸਟ ਨਹੀਂ ਸੀ ਜਾਂਦੇ, ਤੇ ਨਾ ਹੀ ਉਹਨਾਂ ਨੇ ਕਦੇ ਵੀ ਸਿੱਖੀਜ਼ਮ ਨੂੰ ਇੱਕ ਸਟੇਟ ਰਿਲੀਜਨ ਬਣਾਉਣ ਦੀ ਕੋਸ਼ਿਸ਼ ਕੀਤੀ ਤੇ ਨਾ ਕਦੇ ਬਣਾਇਆ, ਬਲਕਿ ਸਾਰਿਆਂ ਨੂੰ ਉਹਨਾਂ ਨੇ ਇਕੁਅਲ ਓਪਰਚੁਨਿਟੀ ਦਿੱਤੀ ਹਰ ਇੱਕ ਨੂੰ, ਚਾਹੇ ਇੰਪਲੋਇਮੈਂਟ ਦੇ ਵਿੱਚ ਹੋਏ, ਚਾਹੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਹੋਏ, ਚਾਹੇ ਮਿਲਟਰੀ ਦੇ ਵਿੱਚ ਹੋਏ। ਉਹਨਾਂ ਨੇ ਕਦੇ ਵੀ ਕਿਸੇ ਵੀ ਤਰੀਕੇ ਦਾ ਜਾਤ ਪਾਤ ਦੇ ਨਾਲ ਜੋ ਜੁੜੇ ਹੋਇਆ ਭੇਦਭਾਵ ਹੁੰਦਾ ਹੈ ਉਹ ਨਹੀਂ ਕੀਤਾ। ਤੇ ਉਹਨਾਂ ਦੀ ਜੋ ਇੱਕ ਇਹ ਸੈਕੂਲਰ ਪਰਸਨੈਲਿਟੀ ਹੈ ਉਹ ਕਿੱਥੋਂ ਨਜ਼ਰ ਆਉਂਦੀ ਹੈ ਕਿ ਸਿਰਫ ਉਹਨਾਂ ਨੇ ਗੁਰਦੁਆਰਿਆਂ ਨੂੰ ਰੈਨੋਵੇਟ ਕਰਨ ਦੇ ਲਈ, ਉਹਨਾਂ ਨੂੰ ਰੀਬਿਲਡ ਕਰਨ ਦੇ ਲਈ ਪੈਸਾ ਨਹੀਂ ਸੀ ਦਿੱਤਾ। ਈਵਨ ਕਿ ਬਹੁਤ ਸਾਰੀਆਂ ਹਿੰਦੂ ਸ਼ਰਾਈਨਸ ਨੇ, ਜਿਵੇਂ ਕਿ ਵਿਸ਼ਵਨਾਥ ਟੈਂਪਲ ਹੈ, ਜਵਾਲਾਮੁਖੀ ਹੈ, ਕਾਂਗੜਾ ਟੈਂਪਲ ਹੈ ਹਿਮਾਚਲ ਦੇ ਵਿੱਚ, ਤੇ ਸਾਰਿਆਂ ਦੇ ਲਈ ਇਹਨਾਂ ਨੇ ਸੋਨਾ ਜੋ ਹੈ ਉਹ ਡੋਨੇਟ ਕੀਤਾ। ਤੇ ਇਹ ਸਾਰੀ ਚੀਜ਼ਾਂ ਦਿਖਾਉਂਦੀਆਂ ਨੇ ਕਿ ਉਹ ਬਹੁਤ ਹੀ ਇੱਕ ਸੈਕੂਲਰ ਕਿੰਗ ਸੀ, ਕਿਸੇ ਵੀ ਧਰਮ ਦੇ ਅਗੇਂਸਟ ਨਹੀਂ ਸੀ। ਤਾਂ ਉਹਨਾਂ ਦੀ ਪ੍ਰਜਾ ਇਸ ਕਰਕੇ ਉਹਨਾਂ ਤੋਂ ਬਹੁਤ ਜ਼ਿਆਦਾ ਖੁਸ਼ ਸੀ। ਜਦੋਂ ਉਹਨਾਂ ਨੇ ਆਪਣੇ ਆਪ ਨੂੰ ਪ੍ਰੋਕਲੇਮ ਕੀਤਾ ਕਿ ਮੈਂ ਜੋ ਹੈ ਪੰਜਾਬ ਦਾ ਰਾਜਾ ਹਾਂ ਅੱਜ ਤੋਂ ਬਾਅਦ, ਤਾਂ ਸਾਰਿਆਂ ਨੇ ਹੀ, ਹਰ ਧਰਮ ਦੇ ਲੋਕਾਂ ਨੇ ਜੋ ਹੈ ਬੜਾ ਹੱਸ ਕੇ ਉਹਨਾਂ ਨੂੰ ਖੁਸ਼ੀ ਦੇ ਨਾਲ ਜੋ ਹੈ ਸਵੀਕਾਰ ਕੀਤਾ ਸੀ। ਕਿਉਂ ਕੀਤਾ ਸੀ? ਕਿਉਂਕਿ ਉਹਨਾਂ ਦੀ ਪਰਸਨੈਲਿਟੀ ਹੀ ਐਵੇਂ ਦੀ ਸੀਗੀ ਕਿ ਉਹ ਕਦੇ ਕਿਸੇ ਦੇ ਨਾਲ ਕੋਈ ਭੇਦਭਾਵ ਨਹੀਂ ਸੀ ਕਰਦੇ। ਹਰ ਆਪਣੀ ਪ੍ਰਜਾ ਦੇ ਹਰ ਇੱਕ ਇਨਸਾਨ ਦੇ ਨਾਲ ਜੋ ਹੈ ਉਹ ਜਸਟਿਸ ਡਿਲੀਵਰ ਉਹਨਾਂ ਨੂੰ ਕਰਨ ਦੀ ਕੋਸ਼ਿਸ਼ ਕਰਦੇ ਸੀ। ਰਿਲੀਜੀਅਸ ਪੋਲਿਸੀ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਸਿਵਲ ਐਡਮਿਨਿਸਟ੍ਰੇਸ਼ਨ ਦੀ,
कि एक्चुअल दे विच सेंट्रल गवर्नमेंट ते प्रोविंशियल गवर्नमेंट नूं वो किस तरीके दे नाल मैनेज करदे हुंदे सी। तां सब तो पहलां तां जो रणजीत सिंह दी किंगडम सी उहनूं कहा जांदा सी सरकार खालसा, ते जो एक कोर्ट सी उहनां दा उहनूं कहा जांदा सी दरबार खालसा। तां अलग उहनां ने नां जो ने उस टाइम दे विच दे रखे गए। ते जे असीं सेंट्रल गवर्नमेंट की गल करिए कि किस तरीके के डिपार्टमेंट्स जो ने इत्थे बनाए, क्योंकि उन्हां दी पूरी एडमिनिस्ट्रेशन जो है वो डिपार्टमेंट के बेसिस ते वर्क करती सी। तां किवें दे डिपार्टमेंट सी? दफ्तर ए अवाब अल माल, ठीक है। तो यह दफ्तर यह डिपार्टमेंट जो है किस तरीके का कामकाज देख रहे सी? ये जो भी स्टाफ की इनकम हुंदी सी, स्टेट की इनकम हुंदी सी, अलग अलग सोर्सिस तो आ रही है, वो बारे जो है सारा डिटेल्ड अकाउंट जो है वह बनाया जाता सी। दैन जो नैक्सट डिपार्टमेंट सी दफ्तर ए तौजीहत, तो वो जिन्ना भी खर्चा हो रहा सी हुण तक उस सारे खर्चे बारे जो है उस ये डिपार्टमेंट उन्होंने देखता सी। दफ्तर ए मवाजा, ਇਹਦੇ ਵਿੱਚ ਕੀ ਦੇਖਿਆ ਜਾਂਦਾ ਸੀ ਕਿ ਜੋ ਵੀ ਆਰਮੀ ਪਰਸਨਲਸ ਨੇ, ਸਿਵਲ ਸਰਵੈਂਟਸ ਨੇ, ਉਹਨਾਂ ਦੀ ਜੋ ਵੀ ਸੈਲਰੀਜ਼ ਜਾ ਰਹੀਆਂ ਨੇ, ਸੈਲਰੀਜ਼ ਦਾ ਜੋ ਐਕਸਪੈਂਡੀਚਰ ਹੈ ਉਹਦੇ ਬਾਰੇ ਗੱਲ ਕੀਤੀ ਜਾਂਦੀ ਸੀ। ਐਂਡ ਇੱਕ ਲਾਸਟ ਜੋ ਡਿਪਾਰਟਮੈਂਟ ਹੈ, ਹਾਲਾਂਕਿ 12 ਡਿਪਾਰਟਮੈਂਟ ਟੋਟਲ ਸੀ, ਅਸੀਂ ਇੱਥੇ ਇੰਪੋਰਟੈਂਟ ਜੋ ਮੇਨ ਡਿਪਾਰਟਮੈਂਟ ਸੀ ਉਹਨਾਂ ਬਾਰੇ ਗੱਲ ਕਰ ਰਹੇ ਹਾਂ। ਲਾਸਟ ਡਿਪਾਰਟਮੈਂਟ ਸੀ ਦਫ਼ਤਰ ਏ ਰੋਜ਼ਨਾਮੇਬਾ ਖਰਚਾ, ਠੀਕ ਹੈ, ਜੋ ਕਿ ਇਹਦੇ ਨਾਮ ਤੋਂ ਹੀ ਕਿਤੇ ਨਾ ਕਿਤੇ ਥੋੜਾ ਜਿਹਾ ਝਲਕ ਰਿਹਾ ਹੈ ਕਿ ਉਹ ਕਿਸ ਚੀਜ਼ ਦੀ ਗੱਲ ਹੋ ਰਹੀ ਹੈ ਇੱਥੇ, ਕਿ ਡੇਲੀ ਐਕਸਪੈਂਸਿਸ ਆਫ ਦੀ ਮਹਾਰਾਜਾ। हालांकि एक्सपेंडिचर जो है तौजीहत दफ्तर भी कर रहा सी, पर इत्थे रोजनामेबा खर्च की गल की आ रही है कि जो महाराजा के डेली एक्सपेंसिस हुंदे सी, रणजीत सिंह के जो डेली एक्सपेंसिस हुंदे सी, उन्हां दे बारे एक डिटेल अकाउंट जो है वो ये डिपार्टमेंट देखता सी। तां पूरा उन्हां दा कामकाज जो है वो डिपार्टमेंटल बेसिस ते हो रहा सी, जो असीं सेंट्रल गवर्नमेंट की गल करिए। नैक्सट प्रोविंशियल गवर्नमेंट जो है वो रणजीत सिंह के अंदर, उन्हां दी किंगडम के अंदर किवें दी सी? ਤਾਂ ਉੱਥੇ ਉਹਨਾਂ ਨੇ ਪੂਰੀ ਆਪਣੀ ਕਿੰਗਡਮ ਨੂੰ ਪਹਿਲਾਂ ਤਾਂ ਸਭ ਤੋਂ ਇੰਪੋਰਟੈਂਟ 4 ਪ੍ਰੋਵਿੰਸਸ ਦੇ ਵਿੱਚ ਡਿਵਾਈਡ ਕਰਤਾ, ਠੀਕ ਹੈ, ਕਿ ਪੂਰੀ ਕਿੰਗਡਮ ਨੂੰ 4 ਪ੍ਰੋਵਿੰਸਸ 'ਚ ਡਿਵਾਈਡ ਕੀਤਾ ਗਿਆ। ਕਿਹੜੀਆਂ ਪ੍ਰੋਵਿੰਸਸ ਸੀਗੀਆਂ? ਲਾਹੌਰ, ਮੁਲਤਾਨ, ਕਸ਼ਮੀਰ ਤੇ ਪਿਸ਼ਾਵਰ। ਤੇ ਇਹਨਾਂ ਨੂੰ ਗਵਰਨ ਕੌਣ ਕਰ ਰਿਹਾ ਸੀ? ਗਵਰਨਰਸ, ਠੀਕ ਹੈ। ਦੈਨ ਫਰਦਰ ਹਰ ਇੱਕ ਪ੍ਰੋਵਿੰਸ ਨੂੰ ਡਿਵਾਈਡ ਕੀਤਾ ਗਿਆ ਪਰਗਨਾਸ ਦੇ ਵਿੱਚ ਜਾਂ ਡਿਸਟ੍ਰਿਕਟ ਦੇ ਵਿੱਚ, ਤੇ ਜਿਨ੍ਹਾਂ ਦਾ ਹੈੱਡ ਕਿਹਨੂੰ ਬਣਾਇਆ ਗਿਆ? ਕਰਦਾਰ ਨੂੰ। ਤੇ ਕਰਦਾਰ ਕੀ ਕਰਦਾ ਹੁੰਦਾ ਸੀ? ਸਿਵਲ ਤੇ ਕ੍ਰਿਮੀਨਲ ਜਸਟਿਸ ਜੋ ਹੈ ਉਹ ਚੀਜ਼ਾਂ ਨੂੰ ਦੇਖਣਾ, ਲੋਕਾਂ ਦੀ ਅਪੀਲਸ ਨੂੰ ਸੁਣਨਾ, अपना पीस जो है उन्होंने मेनटेन करना, रेवेन्यू कलैक्शन का काम, तो सारा तरीके का काम जो है करदार कर रहा सी, जो कि हैड हुंदा सी डिस्ट्रिक्ट का या किसी एक परगना का। दैन फरदर जो डिस्ट्रिक्ट है उन्होंने डिवाइड किया जाता सी तालुक्स दे विच। तां तालुक्स की हुंदे सी कि जिन्हां दे विच 50 तो लैके 100 विलेजेस इकट्ठा एक ग्रुप बना दिता जाता सी, ते उस पूरे ग्रुप नूं कहा जाता सी कि तालुक्स ने, या विलेज दे लई वर्ड यूज किया जाता सी मौजा। ते सब तो छोटी जो यूनिट सीगी एडमिनिस्ट्रेशन दी वो किहड़ी सी? मौजा सी या विलेज सी। तो जिन्हों देख रेख के लिए किनू रखा गया? पंचायत नूं, कि विलेज लैवल ते पंचायत वर्क करती सी, जो कि पूरा गवर्नेंस का काम जो है वो देख रही सी। प्रोविंशियल लैवल ते इस तरीके की जो डिविजन है वो की गई सी एडमिनिस्ट्रेशन नूं होर ज़्यादा स्मूथ बनाउण दे लई। सिविल एडमिनिस्ट्रेशन तो बाद असीं गल करदे हां मिलिटरी एडमिनिस्ट्रेशन दी। ते महाराजा रणजीत सिंह नूं कहा जाता है कि उन्होंने आर्मी नूं मॉडर्नाइज किया, कि जिस तरीके दे नाल वैसटर्न आर्मी सी, ब्रिटिश आर्मी सीगी, तां उसी तरज ते जो है उन्होंने अपनी आर्मी नूं भी तैयार किया। तां उन्होंने आर्मी नूं किस तरीके नाल ऑर्गेनाइज किया सी? तां उन्होंने अपनी पूरी आर्मी नूं जो है डिवाइड किया होया सी अलग अलग पार्ट्स दे विच। तां सब तो पहला जो आंदी है वो की है? फौजे आम, ठीक है, या रेगुलर आर्मी। तां इहदे च जे असीं गल करिए कि रेगुलर आर्मी च की कुछ हुंदा सी, तां एक तां इन्फेंट्री सी, ठीक है। इन्फेंट्री च की सी कि इन्फेंट्री फोर्स हले ग्रैजुअली इनू क्रिएट किया सी, क्योंकि एक प्रेजुडिस जो है क्रिएट हो गया सी सिखां दे विच कि असीं सिर्फ और सिर्फ जाके तलवारबाजी या घुड़सवारी करके ही जो है लड़ाई लड़ सकते हैं। तो रणजीत सिंह ने यह सारी जो ट्रेडिशनल प्रेजुडिस सीगे इन्हां नूं खत्म किया, तो पूरी एक आर्मी जो है उन्होंने क्रिएट किया। 1818 तो बाद जो है फिर लोगों ने इन्फेंट्री में ज्वाइन करना शुरू किया, कि जिथे कि प्रॉपर उन्होंने गन्स जो ने वो प्रोवाइड की गई, लड़ाई के लिए होर जिन्नी भी चीज़ों की जरूरत सी सारी चीज़ां प्रोवाइड की गई। दैन नैक्सट पार्ट आता है कैवलरी का। कैवलरी दे विच भी इहदी जो डेवलपमेंट है वैसटर्न लाइन्स से ही हुई। दैन आर्टिलरी, आर्टिलरी भी इनिशियली कोई एक सैपरेट आर्टिलरी नहीं सी हुंदी आर्मी दे कोल, पंजाब दी आर्मी कोल या सिखां दे कोल या जिन्नी भी मिसलां सीगियां उन्हां दे कोल। तां बाद दे विच इहनूं क्रिएट किया गया, तो एक सैपरेट आर्टिलरी कॉर्प्स या एक तोपखाना एक खास, ठीक है, उस टाइम दे विच तोपखाना एक खास जो है उन्होंने क्रिएट किया गया 1810 दे विच। फौजे खास,
फौजे आम तो बाद फौजे खास क्रिएट की गई ਤੇ ਇਹ ਇੱਕ ਬੈਸਟ ਟ੍ਰੇਨ ਬ੍ਰਿਗੇਡ ਜੋ ਹੈ ਰਣਜੀਤ ਸਿੰਘ ਦੇ ਆਰਮੀ ਦੀ ਮੰਨੀ ਗਈ ਤੇ 1822 ਦੇ ਵਿੱਚ ਜੋ ਹੈ ਇਸ ਆਰਮੀ ਨੂੰ ਰੇਜ਼ ਕੀਤਾ ਗਿਆ, ਇਹਨੂੰ ਬਣਾਇਆ ਗਿਆ। ਤੇ ਥਰਡ ਆਰਮੀ ਸੀ ਫੌਜੇ ਕੁਵੈਤ ਜਾਂ ਇਰੈਗੂਲਰ ਫੋਰਸ ਕਿਉਂਕਿ ਇਹਦੇ ਵਿੱਚ ਜਿੰਨੇ ਵੀ ਹੋਰਸਮੈਨ ਸੀ, ਘੁੜਚਾਰਸ ਤੇ ਮਿਸਲਦਾਰਸ, ਉਹਨਾਂ ਨੂੰ ਰਿਕਰੂਟ ਕੀਤਾ ਗਿਆ ਕਿ ਟ੍ਰੈਡੀਸ਼ਨਲ ਵੇ ਨਾਲ ਜਿਵੇਂ ਉਹ ਘੋੜਿਆਂ ਤੇ ਸਵਾਰ ਹੋ ਕੇ ਲੜਾਈ ਲੜਨ ਦੇ ਲਈ ਜਾਂਦੇ ਸੀ ਤਾਂ ਉਸੇ ਤਰੀਕੇ ਦੇ ਨਾਲ ਉਸੇ ਤਰਜ਼ ਤੇ ਜੋ ਹੈ ਇਸ ਫੌਜੇ ਕੁਵੈਤ ਦੇ ਵਿੱਚ ਲੋਕਾਂ ਨੂੰ ਰਿਕਰੂਟ ਕੀਤਾ ਗਿਆ। ਸਾਰੀ ਐਡਮਿਨਿਸਟ੍ਰੇਸ਼ਨ ਨੂੰ ਦੇਖਣ ਤੋਂ ਬਾਅਦ ਹੁਣ ਅਸੀਂ ਗੱਲ ਕਰਦੇ ਹਾਂ ਐਨੈਕਸੇਸ਼ਨ ਆਫ ਪੰਜਾਬ 1849 ਦੀ। ਜਦੋਂ ਤੱਕ ਤਾਂ ਰਣਜੀਤ ਸਿੰਘ ਦੇ ਹੱਥ ਦੇ ਵਿੱਚ ਸਾਰਾ ਕੰਮਕਾਰ ਸੀਗਾ, ਸਿਵਲ ਐਡਮਿਨਿਸਟ੍ਰੇਸ਼ਨ, ਮਿਲਟਰੀ ਐਡਮਿਨਿਸਟ੍ਰੇਸ਼ਨ, ਉਦੋਂ ਤੱਕ ਬ੍ਰਿਟਿਸ਼ ਨੇ ਕਦੇ ਵੀ ਉੱਥੇ ਅੱਖ ਚੁੱਕਣ ਦੀ ਕੋਸ਼ਿਸ਼ ਨਹੀਂ ਸੀ ਕੀਤੀ ਪੰਜਾਬ ਵੱਲ। ਬਟ ਉਸ ਤੋਂ ਬਾਅਦ ਹੁੰਦਾ ਕੀ ਹੈ, ਕਿਉਂਕਿ ਬ੍ਰਿਟਿਸ਼ ਦੇ ਕੰਟਰੋਲ ਦੇ ਵਿੱਚ ਪੂਰਾ ਦਾ ਪੂਰਾ ਇੰਡੀਅਨ ਸਬ ਕੰਟੀਨੈਂਟ ਸੀ, ਸਿਰਫ ਇਹ ਲਾਸਟ ਏਰੀਆ ਇੱਕ ਰਹਿ ਗਿਆ ਸੀ ਪੰਜਾਬ ਵੱਲ ਦਾ ਜੋ ਕਿ ਉਹਦੇ ਹਿੱਸੇ 'ਚ ਨਹੀਂ ਸੀ, ਜਿਹਦੇ ਵਿੱਚ ਕਿ ਕਿਹੜੇ ਰੀਜਨ ਆ ਰਹੇ ਸੀ, ਦਿੱਲੀ ਸੀ, ਜਲੰਧਰ ਸੀ, ਲਾਹੌਰ, ਮੁਲਤਾਨ, ਰਾਵਲਪਿੰਡੀ। ਤਾਂ ਇਹ ਸਾਰੇ ਜੋ ਪ੍ਰਿੰਸਲੀ ਸਟੇਟ ਸੀਗੀਆਂ, ਹੋਰ ਵੀ ਬਹੁਤ ਸਾਰੀ ਪ੍ਰਿੰਸਲੀ ਸਟੇਟ ਸੀ, ਤਾਂ ਉਹ ਰਹਿ ਚੁੱਕੀਆਂ ਸੀ ਜੋ ਕਿ ਬ੍ਰਿਟਿਸ਼ ਕੰਟਰੋਲ 'ਚ ਨਹੀਂ ਸੀ ਗਈਆਂ, ਬ੍ਰਿਟਿਸ਼ ਅੰਪਾਇਰ ਦਾ ਹਿੱਸਾ ਨਹੀਂ ਸੀ ਬਣਿਆ। ਤੇ ਅਸੀਂ ਇਹ ਵੀ ਦੇਖਿਆ ਕਿ ਬ੍ਰਿਟਿਸ਼ ਨੇ ਰਣਜੀਤ ਸਿੰਘ ਦੇ ਨਾਲ ਟ੍ਰੀਟੀ ਆਫ ਪਰਪੈਚੁਅਲ ਫਰੈਂਡਸ਼ਿਪ ਜਾਂ ਟ੍ਰੀਟੀ ਆਫ ਅੰਮ੍ਰਿਤਸਰ ਕੀਤੀ ਸੀ, ਜਿਹਦੇ ਵਿੱਚ ਕਿ ਦੋਨਾਂ ਨੇ ਡਿਸਾਈਡ ਕੀਤਾ ਸੀ ਕਿ ਅਸੀਂ ਇੱਕ ਦੂਜੇ ਦੀ ਟੈਰੀਟਰੀ ਦੇ ਵਿੱਚ ਇਨਵੇਡ ਨਹੀਂ ਕਰਾਂਗੇ। ਪਰ ਜਦ 1839 ਦੇ ਵਿੱਚ ਰਣਜੀਤ ਸਿੰਘ ਦੀ ਡੈਥ ਹੋ ਜਾਂਦੀ ਹੈ ਤਾਂ ਪੂਰੇ ਪੰਜਾਬ ਦੇ ਵਿੱਚ ਹੁਣ ਇੱਕ ਪੋਲੀਟੀਕਲ ਇਨਸਟੇਬਿਲਿਟੀ ਉੱਥੇ ਕ੍ਰੀਏਟ ਹੋ ਗਈ ਤੇ ਜਿਸ ਚੀਜ਼ ਦਾ ਫਾਇਦਾ ਬ੍ਰਿਟਿਸ਼ ਨੇ ਚੁੱਕਿਆ ਤੇ ਪੰਜਾਬ ਨੂੰ ਆਪਣੇ ਕਬਜ਼ੇ ਦੇ ਵਿੱਚ ਕਰ ਲਿਆ ਤੇ ਆਪਣੇ ਅੰਪਾਇਰ ਦਾ ਹਿੱਸਾ ਬਣਾ ਲਿਆ। ਤੇ ਜੇ ਅਸੀਂ ਰੀਜ਼ਨਸ ਦੀ ਗੱਲ ਕਰੀਏ, ਕਾਰਨਾਂ ਦੀ ਗੱਲ ਕਰੀਏ ਕਿ ਕਿਉਂ ਐਨੈਕਸੇਸ਼ਨ ਹੋਈ, ਤਾਂ ਉਹਨਾਂ ਦੇ ਵਿੱਚ ਸਭ ਤੋਂ ਇੰਪੋਰਟੈਂਟ ਕਾਜ਼ ਕੀ ਸੀ? ਇਨਕੈਪੇਬਲ ਸਕਸੈਸਰ। ਕਿ ਜਿਸ ਤਰੀਕੇ ਦੀ ਕਾਬਲੀਅਤ ਰਣਜੀਤ ਸਿੰਘ ਦੇ ਵਿੱਚ ਸੀ, ਉਹ ਅੱਗੇ ਉਹਨਾਂ ਦੇ ਆਉਣ ਵਾਲੇ ਸਕਸੈਸਰ ਦੇ ਵਿੱਚ ਨਹੀਂ ਦੇਖਣ ਦੇ ਲਈ ਮਿਲੀ। ਸਭ ਤੋਂ ਪਹਿਲਾਂ ਉਹਨਾਂ ਦੇ ਸਕਸੈਸਰ ਆਉਂਦੇ ਨੇ ਖੜਕ ਸਿੰਘ। ਖੜਕ ਸਿੰਘ ਕੌਣ ਸੀ? ਉਹਨਾਂ ਦੇ ਸਭ ਤੋਂ ਵੱਡੇ ਬੇਟੇ ਤੇ ਨੈਕਸਟ ਰੂਲਰ ਵੀ ਉਹੀ ਬਣਦੇ ਨੇ, ਬਟ ਉਹ ਓਪੀਅਮ ਐਡਿਕਟ ਸੀ, ਠੀਕ ਹੈ, ਕਿ ਉਹਨਾਂ ਨੂੰ ਥੋੜੀ ਜਿਹੀ ਨਸ਼ੇ ਦੀ ਲਤ ਲੱਗੀ ਹੋਈ ਸੀ, ਜਿਹਦੇ ਕਰਕੇ ਕਾਫੀ ਰਿਊਮਰਸ ਫੈਲਣੇ ਸ਼ੁਰੂ ਹੋ ਗਏ ਕਿ ਉਹਨਾਂ ਨੇ ਬ੍ਰਿਟਿਸ਼ ਦੇ ਨਾਲ ਸਬਸਿਡਰੀ ਅਲਾਈਅੰਸ ਕਰ ਲਿਆ ਹੈ ਤੇ ਜਲਦੀ ਹੀ ਉਹ ਖਾਲਸਾ ਆਰਮੀ ਨੂੰ ਵੀ ਡਿਸਬੈਂਡ ਕਰ ਦੇਣਗੇ। ਤੇ ਐਵੇਂ ਦੇ ਰਿਊਮਰਸ ਦੇ ਚੱਲਦੇ ਹੋਏ ਅਕਤੂਬਰ 1839 ਦੇ ਵਿੱਚ ਜੋ ਹੈ ਇਹਨਾਂ ਨੂੰ ਉੱਥੋਂ ਰਿਮੂਵ ਕਰ ਦਿੱਤਾ ਗਿਆ। ਦੈਨ ਉਸ ਤੋਂ ਬਾਅਦ ਇਹਨਾਂ ਦੇ ਨੈਕਸਟ ਸਕਸੈਸਰ ਆਉਂਦੇ ਨੇ ਨੌਨੀਹਾਲ ਸਿੰਘ, ਜੋ ਕਿ ਸਿਰਫ 18 ਸਾਲ ਦੇ ਸੀ ਤੇ ਉਹ ਹੈ ਕੌਣ ਸੀ? ਖੜਕ ਸਿੰਘ ਦੇ ਅੱਗੇ ਬੇਟੇ ਨੇ। ਹਾਲਾਂਕਿ ਇਹ ਬਹੁਤ ਹੀ ਜ਼ਿਆਦਾ ਏਬਲ ਤੇ ਐਂਬੀਸ਼ੀਅਸ ਲੀਡਰ ਸੀ, ਜੇ ਇਹ ਕਾਫੀ ਲੰਬੇ ਸਮੇਂ ਤੱਕ ਜ਼ਿੰਦਾ ਰਹਿੰਦੇ ਤਾਂ ਵਧੀਆ ਤਰੀਕੇ ਦੇ ਨਾਲ ਪੰਜਾਬ ਨੂੰ ਇਹ ਐਡਮਿਨਿਸਟਰ ਕਰ ਸਕਦੇ ਸੀ ਤੇ ਮੇਬੀ ਐਨੈਕਸੇਸ਼ਨ ਇੰਨੀ ਜਲਦੀ ਨਹੀਂ ਵੀ ਹੁੰਦੀ। ਬਟ ਇੱਕ ਅਨਫੋਰਚੂਨੇਟ ਇੱਕ ਇਨਸੀਡੈਂਟ ਹੁੰਦਾ ਹੈ ਜਿੱਥੇ ਕਿ ਇਹਨਾਂ ਤੇ ਕੰਧ ਡਿੱਗਣ ਕਰਕੇ ਇਹਨਾਂ ਦੀ ਡੈਥ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਨੈਕਸਟ ਸਕਸੈਸਰ ਇਹਨਾਂ ਦੀ ਆਉਂਦੀ ਹੈ ਮਦਰ ਜਾਂ ਵਾਈਫ ਆਫ ਖੜਕ ਸਿੰਘ, ਚੰਦ ਕੌਰ। ਚੰਦ ਕੌਰ ਨੇ ਫਿਰ ਨੌਨੀਹਾਲ ਤੋਂ ਬਾਅਦ ਜੋ ਥਰੋਨ ਸੀ, ਜੋ ਪੂਰਾ ਰਾਜਪਾਟ ਸੀ, ਉਹਨੂੰ ਆਕਿਊਪਾਈ ਕਰ ਲਿਆ ਤੇ ਉਹਨਾਂ ਦੇ ਅਗੇਂਸਟ ਹੁਣ ਕੌਣ ਚਲਾ ਗਿਆ? ਰਣਜੀਤ ਸਿੰਘ ਦੀ ਜੋ ਫਰਸਟ ਵਾਈਫ ਸੀ ਮਹਿਤਾਬ ਕੌਰ, ਉਹਨਾਂ ਦਾ ਬੇਟਾ ਸੀ ਸ਼ੇਰ ਸਿੰਘ। ਤਾਂ ਸ਼ੇਰ ਸਿੰਘ ਨੇ ਰਿਵੋਲਟ ਕੀਤਾ ਚੰਦ ਕੌਰ ਦੇ ਅਗੇਂਸਟ ਤੇ ਇਹਨਾਂ ਨੂੰ ਉੱਥੋਂ ਹਟਾਇਆ ਗਿਆ ਤੇ ਇਸੇ ਸਮੇਂ ਦੌਰਾਨ ਹੀ ਦਲੀਪ ਸਿੰਘ ਦਾ ਵੀ ਜਨਮ ਹੁੰਦਾ ਹੈ। ਤੇ ਇਸ ਤੋਂ ਗਾਹਾਂ ਫਿਰ ਸ਼ੇਰ ਸਿੰਘ ਆਉਂਦੇ ਨੇ, ਮਹਿਤਾਬ ਕੌਰ ਦਾ ਜੋ ਬੇਟਾ ਸੀਗਾ ਉਹ ਹੁਣ ਅੱਗੇ ਬਣ ਜਾਂਦਾ ਹੈ, ਸਕਸੈਸਰ ਜੋ ਹੈ ਅੱਗੇ ਆ ਗਿਆ ਹੈ, ਬਟ ਉਹਨਾਂ ਨੂੰ ਵੀ ਮਾਰ ਦਿੱਤਾ ਗਿਆ। ਉਹਨਾਂ ਦੇ ਅਗੇਂਸਟ ਵੀ ਸਾਜ਼ਿਸ਼ ਕੀਤੀ ਗਈ। ਜੋ ਧਿਆਨ ਸਿੰਘ ਮਿਨਿਸਟਰ ਸੀਗੇ ਉਹਨਾਂ ਨੇ ਅਜੀਤ ਸਿੰਘ ਨੂੰ ਹਾਇਰ ਕੀਤਾ ਤੇ ਸ਼ੇਰ ਸਿੰਘ ਨੂੰ ਵੀ ਮਰਵਾ ਦਿੱਤਾ ਉੱਥੋਂ। ਤੇ ਲਾਸਟ ਜੋ ਰੂਲਰ ਆਉਂਦੇ ਨੇ ਉਹ ਸੀਗੇ ਦਲੀਪ ਸਿੰਘ, ਬਟ ਦਲੀਪ ਸਿੰਘ ਹਲੇ ਬਹੁਤ ਜ਼ਿਆਦਾ ਛੋਟੇ ਸੀ ਕਿ ਉਹ ਹਰੇਕ ਜੋ ਹੈ ਅਫੇਅਰਸ ਉੱਥੇ ਦੀ ਐਡਮਿਨਿਸਟ੍ਰੇਸ਼ਨ ਦਾ ਵਰਕ ਹੋ ਗਿਆ, ਸਿਵਲ ਐਡਮਿਨਿਸਟ੍ਰੇਸ਼ਨ ਹੈ ਜਾਂ ਮਿਲਟਰੀ ਐਡਮਿਨਿਸਟ੍ਰੇਸ਼ਨ ਹੈ ਜਾਂ ਰਿਲੀਜੀਅਸ ਪੋਲਿਸੀਜ਼ ਨੇ, ਇਸ ਤਰੀਕੇ ਦਾ ਕੋਈ ਵੀ ਕੰਮ ਨਹੀਂ ਸੀ ਦੇਖ ਸਕਦੇ। ਤਾਂ ਇਸ ਕਰਕੇ ਉਹਨਾਂ ਦੀ ਜਗ੍ਹਾ ਤੇ ਕਿ ਜਦ ਤੱਕ ਉਹ ਬਾਲਿਗ ਨਹੀਂ ਹੋ ਜਾਂਦੇ ਨੇ, ਵੱਡੇ ਨਹੀਂ ਹੋ ਜਾਂਦੇ, ਉਦੋਂ ਤੱਕ ਜੋ ਉਹਨਾਂ ਦੀ ਮਦਰ ਹੈ ਰਾਣੀ ਜ਼ਿੰਦਾ, ਉਹ ਇਹਨਾਂ ਦੀ ਜਗ੍ਹਾ ਤੇ ਹੈ ਰਾਜ ਕਰੇਗੀ। ਤਾਂ ਐਨੈਕਸੇਸ਼ਨ ਦੇ ਲਈ ਰਿਸਪੌਂਸਿਬਲ ਅਸੀਂ ਵਾਰਸ ਦੇਖ ਲੈਂਦੇ ਹਾਂ ਕਿ ਕਿਸ ਤਰੀਕੇ ਦੀ ਵਾਰਸ ਜੋ ਨੇ ਉਹ ਹੋਈਆਂ ਐਨੈਕਸੇਸ਼ਨ ਤੋਂ ਪਹਿਲਾਂ। ਤਾਂ ਫਰਸਟ ਐਂਗਲੋ ਸਿੱਖ ਵਾਰ ਹੁੰਦੀ ਹੈ 1845 to 46 ਤੇ ਇਸ ਟਾਈਮ ਜੇ ਅਸੀਂ ਰੂਲਰ ਦੀ ਗੱਲ ਕਰੀਏ ਕਿ ਕੌਣ ਸੀ ਪੰਜਾਬ ਦਾ? ਦਲੀਪ ਸਿੰਘ ਸੀ, ਜੋ ਕਿ ਸਿਰਫ 5 ਸਾਲ ਦਾ ਸੀ ਤੇ ਮਹਾਰਾਣੀ ਜੋ ਜਿੰਦਾ ਸੀਗੀ ਉਹਨਾਂ ਦੀ ਰੈਜੈਂਟ ਬਣ ਕੇ ਕਿ ਉਹਨਾਂ ਦੇ ਪੱਖੋਂ ਜੋ ਨੇ ਉਹ ਇਸ ਟਾਈਮ ਦੇ ਵਿੱਚ ਸਿੰਘਾਸਨ ਤੇ ਬੈਠੀ ਹੋਈ ਸੀ ਤੇ ਲਾਰਡ ਹਾਰਡਿੰਗ ਜੋ ਨੇ ਉਸ ਟਾਈਮ ਦੇ ਵਿੱਚ ਗਵਰਨਰ ਜਨਰਲ ਆਫ ਇੰਡੀਆ ਸੀ। ਤੇ ਇੰਪੋਰਟੈਂਟ ਬੈਟਲਸ ਦੇਖਦੇ ਹਾਂ ਅਸੀਂ ਐਂਗਲੋ ਸਿੱਖ ਵਾਰ ਦੇ ਵਿੱਚ।
ਤਾਂ ਸਭ ਤੋਂ ਪਹਿਲੀ ਬੈਟਲ ਸੀ ਬੈਟਲ ਆਫ ਮੁੜਕੀ 18 ਦਸੰਬਰ ਨੂੰ ਸ਼ੁਰੂ ਹੁੰਦੀ ਹੈ ਤੇ ਸਿੱਖ ਤਕਰੀਬਨ ਇਹਨਾਂ ਵਾਰਸ ਦੇ ਵਿੱਚ ਹਾਰੇ ਨੇ। ਤਾਂ ਅਸੀਂ ਇੱਕ ਉਹੀ ਇੰਪੋਰਟੈਂਟ ਬੈਟਲ ਦਾ ਨਾਂ ਇੱਥੇ ਲਵਾਂਗੇ ਜਿੱਥੇ ਕਿ ਸਿੱਖ ਜਿੱਤੇ ਸੀ। ਤਾਂ ਇਸ ਬੈਟਲ ਦੇ ਵਿੱਚ ਵੀ ਸਿੱਖਾਂ ਦੀ ਹਾਰ ਹੁੰਦੀ ਹੈ। ਸੈਕਿੰਡ ਬੈਟਲ ਹੋਈ ਬੈਟਲ ਆਫ ਫਿਰੋਜ਼ਪੁਰ 21 ਦਸੰਬਰ ਨੂੰ, ਠੀਕ ਹੈ, 45 ਦਾ ਟਾਈਮ ਪੀਰੀਅਡ ਚੱਲ ਰਿਹਾ 1845 ਤੇ ਇੱਥੇ ਵੀ ਸਿੱਖਾਂ ਨੂੰ ਹਾਰ ਦੇਖਣੀ ਪਈ। ਦੈਨ ਹੁੰਦੀ ਹੈ ਬੈਟਲ ਆਫ ਬੱਦੋਵਾਲ 21 ਜਨਵਰੀ 1846 ਨੂੰ ਤੇ ਇਹ ਵਾਰ ਸੀ ਐਂਗਲੋ ਸਿੱਖ ਵਾਰਸ ਦੇ ਵਿੱਚ ਇੱਕ ਐਵੇਂ ਦੀ ਬੈਟਲ ਸੀ ਜਿਹਦੇ ਵਿੱਚ ਕਿ ਸਿੱਖ ਜਿੱਤੇ ਸੀਗੇ। ਦੈਨ ਨੈਕਸਟ ਬੈਟਲ ਹੁੰਦੀ ਹੈ ਬੈਟਲ ਆਫ ਆਲੀਵਾਲ 28 ਜੈਨ ਨੂੰ, ਇਹਦੇ ਵਿੱਚ ਵੀ ਸਿੱਖਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਤੇ ਨੈਕਸਟ ਇੰਪੋਰਟੈਂਟ ਬੈਟਲ ਆਉਂਦੀ ਹੈ ਬੈਟਲ ਆਫ ਸਬਰਾਓ 10 ਦਸੰਬਰ ਨੂੰ ਹੋਈ ਸੀ ਤੇ ਇਹ ਬੈਟਲ ਵੀ ਸਿੱਖ ਹਾਰੇ ਸੀ। ਠੀਕ ਹੈ, ਤਾਂ ਫਰਸਟ ਐਂਗਲੋ ਸਿੱਖ ਵਾਰ ਦੇ ਵਿੱਚ ਜੇ ਅਸੀਂ ਇੰਪੋਰਟੈਂਟ ਬੈਟਲਸ ਦੇਖ ਰਹੇ ਹਾਂ ਤਾਂ ਬੈਟਲ ਸਭ ਤੋਂ ਜਿਹੜਾ ਇੰਪੋਰਟੈਂਟ ਕਿਹੜੀ ਸੀ ਵੀ ਕਿਹੜੀ ਦੇ ਵਿੱਚ ਸਿੱਖਾਂ ਦੀ ਜਿੱਤ ਹੋਈ ਸੀ, ਬੈਟਲ ਆਫ ਬੱਦੋਵਾਲ ਦੇ ਵਿੱਚ। ਅਦਰਵਾਈਜ਼ ਬਾਕੀ ਸਾਰੀ ਬੈਟਲਸ ਦੇ ਵਿੱਚ ਉਹ ਹਾਰੇ ਸੀ। ਫਰਸਟ ਐਂਗਲੋ ਸਿੱਖ ਵਾਰ ਤੋਂ ਬਾਅਦ ਦੋ ਇੰਪੋਰਟੈਂਟ ਟ੍ਰੀਟੀਜ਼ ਹੁੰਦੀਆਂ ਨੇ। ਸਭ ਤੋਂ ਪਹਿਲੀ ਇੰਪੋਰਟੈਂਟ ਟ੍ਰੀਟੀ ਕਿਹੜੀ ਹੈ, ਟ੍ਰੀਟੀ ਆਫ ਲਾਹੌਰ। ਤੇ ਟ੍ਰੀਟੀ ਆਫ ਲਾਹੌਰ ਦੇ ਵਿੱਚ ਕੀ ਕੁਛ ਹੋਇਆ, ਇੱਕ ਤਾਂ ਬ੍ਰਿਟਿਸ਼ ਨੇ ਲਾਹੌਰ ਨੂੰ ਆਕੂਪਾਈ ਕਰ ਲਿਆ ਤੇ ਸਰ ਹੈਨਰੀ ਲਾਰੈਂਸ ਨੂੰ ਅਪਾਇੰਟ ਕਰਤਾ। ਦੂਜੀ ਚੀਜ਼ ਕੀ ਹੁੰਦੀ ਹੈ ਕਿ ਜੋ ਜਲੰਧਰ ਦੁਆਬ ਸੀ ਉਹ ਸਿੱਧਾ ਸਿੱਧਾ ਬ੍ਰਿਟਿਸ਼ ਕੰਟਰੋਲ ਦੇ ਅੰਦਰ ਆ ਗਿਆ। ਤੀਸਰੀ ਚੀਜ਼ ਕੀ ਹੋਈ ਇਸ ਟ੍ਰੀਟੀ ਦੇ ਅਕੋਰਡਿੰਗ ਕਿ ਬ੍ਰਿਟਿਸ਼ ਨੇ ਕਸ਼ਮੀਰ ਨੂੰ ਵੇਚ ਦਿੱਤਾ ਰਾਜਾ ਗੁਲਾਬ ਸਿੰਘ ਡੋਗਰਾ ਦੇ ਕੋਲ 5 ਮਿਲੀਅਨ ਰੁਪੀਸ ਤੇ। ਤੇ ਅਗਲੀ ਗੱਲ ਕੀ ਹੋਈ, ਬ੍ਰਿਟਿਸ਼ ਨੇ ਕਿਹਾ ਕਿ ਸਾਡੀ ਜੋ ਆਰਮੀ ਹੈ ਉਹ ਫ੍ਰੀਲੀ ਘੁੰਮ ਸਕਦੀ ਹੈ ਸਿੱਖ ਟੈਰੀਟਰੀ ਦੇ ਵਿੱਚ, ਕਿ ਪੂਰੇ ਪੰਜਾਬ ਦਾ ਜੋ ਹਿੱਸਾ ਸੀਗਾ ਕਿ ਸਾਡੇ ਬ੍ਰਿਟਿਸ਼ ਆਰਮੀ ਨੂੰ ਕੋਈ ਰੋਕ ਟੋਕ ਨਹੀਂ ਹੋਏਗੀ, ਅਸੀਂ ਈਜ਼ੀਲੀ ਕਦੇ ਵੀ ਇੱਥੇ ਆ ਜਾ ਸਕਦੇ ਹਾਂ। ਤੇ ਇੱਕ ਹੋਰ ਟ੍ਰੀਟੀ ਹੋਈ ਟ੍ਰੀਟੀ ਆਫ ਭੈਰੋਵਾਲ 1846 ਦੇ ਵਿੱਚ, ਜਿਹਦੇ ਵਿੱਚ ਕੀ ਕੀਤਾ ਕਿ ਰਾਣੇ ਜੰਦਾ ਜੋ ਕਿ ਅਸੀਂ ਦੇਖਿਆ ਕਿ ਦਲੀਪ ਸਿੰਘ ਦੇ ਕਰਕੇ ਜੋ ਨੇ ਉਹਦੇ ਹਲੇ ਸਿੰਘਾਸਨ ਤੇ ਸੀਗੀ ਤਾਂ ਉਹਨਾਂ ਨੂੰ ਉੱਥੋਂ ਰਿਮੂਵ ਕਰ ਦਿੱਤਾ ਗਿਆ, ਉੱਥੇ ਹਟਾ ਦਿੱਤਾ ਗਿਆ ਤੇ ਇੱਕ ਕਾਉਂਸਲ ਆਫ ਰੀਜੈਂਸੀ ਫॉर ਪੰਜਾਬ ਸੈੱਟ ਕਰਤੀ। ਠੀਕ ਹੈ, ਉੱਥੇ ਐਸਟੈਬਲਿਸ਼ ਕਰਤੀ ਕਿ ਜਿਹਨੂੰ ਕੌਣ ਪ੍ਰੀਜ਼ਾਈਡ ਓਵਰ ਕਰੇਗਾ, ਹੈਨਰੀ ਲਾਰੈਂਸ। ਕਿ ਉਹਦਾ ਹੈੱਡ ਕਿਹਨੂੰ ਬਣਾ ਦਿੱਤਾ ਗਿਆ, ਕਾਉਂਸਲ ਆਫ ਰੀਜੈਂਸੀ ਫॉर ਪੰਜਾਬ ਹੈਨਰੀ ਲਾਰੈਂਸ ਨੂੰ, ਜੋ ਕਿ ਇੱਕ ਰੀਅਲ ਰੂਲਰ ਜੋ ਹੈ ਉਹ ਪੰਜਾਬ ਦਾ ਬਣ ਜਾਂਦਾ ਹੈ। ਅਸੀਂ ਐਵੇਂ ਵੀ ਦੇਖ ਸਕਦੇ ਹਾਂ। ਠੀਕ ਹੈ, ਦੈਨ ਨੈਕਸਟ ਗੱਲ ਕਰਦੇ ਹਾਂ ਸੈਕਿੰਡ ਐਂਗਲੋ ਸਿੱਖ ਵਾਰ ਦੀ, ਜੋ ਕਿ 1848 to 49 ਦੇ ਟਾਈਮ ਪੀਰੀਅਡ ਦੇ ਵਿੱਚ ਹੁੰਦੀ ਹੈ। ਤੇ ਇਸ ਟਾਈਮ ਜੋ ਗਵਰਨਰ ਜਨਰਲ ਆਫ ਇੰਡੀਆ ਸੀਗੇ ਉਹ ਕੌਣ ਸੀ, ਲਾਰਡ ਡਲਹੌਜ਼ੀ ਸੀ ਤੇ ਰੂਲਰ ਅਗੇਨ ਦਲੀਪ ਸਿੰਘ। ਠੀਕ ਹੈ, ਤੇ ਉਹਨਾਂ ਦੀ ਜਗ੍ਹਾ ਤੇ ਕੌਣ ਕੰਮਕਾਰ ਦੇਖ ਰਿਹਾ ਸੀ ਸਾਰਾ, ਰਾਣੇ ਜਿੰਦਾ। ਪਰ ਅਸੀਂ ਉੱਪਰ ਦੇਖਿਆ ਕਿ ਟ੍ਰੀਟੀ ਆਫ ਭੈਰੋਵਾਲ ਦੇ ਵਿੱਚ ਉਹਨਾਂ ਨੇ ਰਾਣੇ ਜਿੰਦਾ ਨੂੰ ਜੋ ਸੀਗਾ ਉੱਥੇ ਰਿਮੂਵ ਕਰਤਾ ਸੀ। ਤੇ ਇਸ ਐਂਗਲੋ ਸਿੱਖ ਵਾਰ ਦੇ ਵਿੱਚ ਵੀ ਕੁਝ ਇੰਪੋਰਟੈਂਟ ਬੈਟਲਸ ਹੁੰਦੀਆਂ ਨੇ। ਤਾਂ ਸਭ ਤੋਂ ਪਹਿਲੀ ਇੰਪੋਰਟੈਂਟ ਬੈਟਲ ਹੈ ਬੈਟਲ ਆਫ ਰਾਮਨਗਰ 1848 ਦੇ ਵਿੱਚ, ਕਿ ਜਿੱਥੇ ਸਿੱਖ ਜੋ ਸੀਗੇ ਉਹ ਸ਼ੇਰ ਸਿੰਘ ਅਟਾਰੀਵਾਲਾ ਦੇ ਅੰਦਰ ਸੀਗੇ ਤੇ ਉਹਨਾਂ ਨੇ ਬ੍ਰਿਟਿਸ਼ ਨੂੰ ਹਰਾਇਆ। ਸੈਕਿੰਡ ਬੈਟਲ ਹੁੰਦੀ ਹੈ ਬੈਟਲ ਆਫ ਚਿਲਿਆਂਵਾਲਾ ਜਨਵਰੀ 1849 ਦੇ ਵਿੱਚ, ਇੱਥੇ ਸ਼ੇਰ ਸਿੰਘ ਨੇ ਦੁਬਾਰਾ ਬ੍ਰਿਟਿਸ਼ ਨੂੰ ਹਰਾਇਆ ਸੀ। ਤੇ ਤੀਸਰੀ ਜੋ ਇੰਪੋਰਟੈਂਟ ਬੈਟਲ ਹੁੰਦੀ ਹੈ ਕਿ ਜਿਸ ਤੋਂ ਬਾਅਦ ਪੰਜਾਬ ਜੋ ਹੈ ਬਿਲਕੁਲ ਹੱਥ ਤੋਂ ਨਿਕਲ ਗਿਆ ਸੀ, ਉਸੇ ਬੈਟਲ ਆਫ ਗੁਜਰਾਤ ਫੈਬਰੂਅਰੀ ਦੇ ਵਿੱਚ। ਠੀਕ ਹੈ, ਤੇ ਇੱਥੇ ਕਿਹੜੇ ਗੁਜਰਾਤ ਦੀ ਗੱਲ ਹੋ ਰਹੀ ਹੈ, ਪਾਕਿਸਤਾਨ ਵਾਲਾ ਗੁਜਰਾਤ। ਤੇ ਇਸ ਬੈਟਲ ਨੂੰ ਇੱਕ ਹੋਰ ਨਾਮ ਦੇ ਨਾਲ ਜਾਣਿਆ ਜਾਂਦਾ ਹੈ, ਬੈਟਲ ਆਫ ਗਨਸ। ਤੇ ਹੁਣ ਇੱਥੇ ਜੋ ਹੈ ਬ੍ਰਿਟਿਸ਼ ਨੇ ਸਿੱਖਾਂ ਨੂੰ ਹਰਾਇਆ ਸੀ। ਤੇ ਇਸੇ ਚੀਜ਼ ਤੋਂ ਬਾਅਦ ਸੈਕਿੰਡ ਐਂਗਲੋ ਸਿੱਖ ਵਾਰ ਤੋਂ ਬਾਅਦ ਜੋ ਹੈ ਪੰਜਾਬ ਨੂੰ ਐਨੈਕਸ ਕਰ ਲਿੱਤਾ ਗਿਆ। ਸੈਕਿੰਡ ਐਂਗਲੋ ਸਿੱਖ ਵਾਰ ਦਾ ਰਿਜ਼ਲਟ ਕੀ ਹੁੰਦਾ ਹੈ ਕਿ ਐਕਚੁਅਲ ਦੇ ਵਿੱਚ ਹੋਇਆ ਕਿ 29 ਮਾਰਚ 1849 ਨੂੰ ਲਾਰਡ ਡਲਹੌਜ਼ੀ ਨੇ ਪੰਜਾਬ ਦੀ ਐਨੈਕਸੇਸ਼ਨ ਨੂੰ ਘੋਸ਼ਿਤ ਕਰਤਾ ਕਿ ਅਸੀਂ ਪੰਜਾਬ ਨੂੰ ਐਨੈਕਸ ਕਰ ਚੁੱਕੇ ਹਾਂ ਤੇ ਅੱਜ ਤੋਂ ਬਾਅਦ ਇਹ ਬ੍ਰਿਟਿਸ਼ ਅੰਪਾਇਰ ਦਾ ਹਿੱਸਾ ਰਹੇਗਾ। ਤੇ ਦੂਜੀ ਚੀਜ਼ ਕੀ ਕੀਤੀ ਕਿ ਦਲੀਪ ਸਿੰਘ ਤੇ ਉਹਨਾਂ ਦੇ ਨਾਲ ਰਾਣੀ ਜਿੰਦਾ ਨੂੰ ਉਹਨਾਂ ਨੇ ਇੰਗਲੈਂਡ ਭੇਜਤਾ ਤੇ ਉਹਨਾਂ ਦੇ ਲਈ ਪੈਨਸ਼ਨ ਜੋ ਹੈ ਉਹ ਫਿਕਸ ਕਰਤੀ ਕਿ ਤੁਹਾਨੂੰ ਪਰਮਾਨੈਂਟ ਇੱਕ ਪੈਨਸ਼ਨ ਲਗਾ ਦਿੱਤੀ ਗਈ, ਬਟ ਇੱਥੋਂ ਉਹਨਾਂ ਨੂੰ ਇੰਗਲੈਂਡ ਭੇਜ ਦਿੱਤਾ ਗਿਆ। ਠੀਕ, ਤੇ ਲਾਸਟ ਇੱਕ ਹੋਰ ਗੱਲ ਇਹਦੇ ਵਿੱਚ ਕੀ ਹੁੰਦੀ ਹੈ ਕਿ 1853 ਦੇ ਵਿੱਚ ਸਰ ਜੌਨ ਲਾਰੈਂਸ ਜੋ ਕਿ ਚੀਫ ਕਮਿਸ਼ਨਰ ਆਫ ਪੰਜਾਬ ਜੋ ਹੈ ਉਹਨਾਂ ਨੂੰ ਅਪਾਇੰਟ ਕੀਤਾ ਗਿਆ ਸੀ ਪੰਜਾਬ ਨੂੰ ਐਡਮਿਨਿਸਟਰ ਕਰਨ ਦੇ ਲਈ। ਤਾਂ ਇਸ ਤਰੀਕੇ ਦੇ ਨਾਲ ਪੰਜਾਬ ਜੋ ਹੈ ਹੁਣ ਬ੍ਰਿਟਿਸ਼ ਅੰਪਾਇਰ ਦਾ ਹਿੱਸਾ ਬਣ ਗਿਆ, ਬ੍ਰਿਟਿਸ਼ ਅੰਪਾਇਰ ਦਾ ਪਾਰਟ ਬਣ ਗਿਆ। ਨੈਕਸਟ ਦਾ ਪੋਰਸ਼ਨ ਕਿ ਇਸ ਤੋਂ ਬਾਅਦ ਹੁਣ ਕਿਹੜੀਆਂ ਚੀਜ਼ਾਂ ਹੋਈਆਂ, ਕਿਸ ਤਰੀਕੇ ਦੀ ਮੂਵਮੈਂਟਸ ਹੋਈਆਂ, ਉਹਨਾਂ ਬਾਰੇ ਗੱਲ ਅਸੀਂ ਨੈਕਸਟ ਕਲਾਸ ਕਰਾਂਗੇ। ਥੈਂਕ ਯੂ।